ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਹਾਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਾਬਕਾ ਡਿਪਟੀ ਚੀਫ ਇੰਜੀਨੀਅਰ ਸਰਦਾਰ ਦਰਸ਼ਨ ਸਿੰਘ ਭੁੱਲਰ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ ਕਿ ਮੁਫਤ ਬਿਜਲੀ ਨੂੰ ਲੈ ਕੇ ਸਰਕਾਰ ਨੇ ਜਿਹੜਾ ਸਰਕੂਲਰ ਜਾਰੀ ਕੀਤਾ, ਉਹਦੇ ਇਰਦ ਗਿਰਦ ਜਿਹੜੇ ਸਵਾਲ ਕਈ ਲੋਕਾਂ ਦੇ ਮਨਾਂ ਦੇ ਵਿੱਚ ਨੇ, ਜਾਂ ਜਿਹੜੇ ਸਵਾਲ ਸਰਕਾਰ ਦੇ ਉੱਤੇ ਵੀ ਉੱਠਦੇ ਨੇ, ਉਹਦੇ ਤੇ ਗੱਲਬਾਤ ਹੋਏਗੀ। ਨਾਲੋਂ ਨਾਲ ਗੱਲ ਕਰਾਂਗੇ ਜਿਹੜਾ ਬਿਜਲੀ ਸੁਧਾਰ ਐਕਟ ਦੀ ਗੱਲ, ਕਿਸਾਨੀ ਅੰਦੋਲਨ ਦੌਰਾਨ ਵੀ ਇਹਦਾ ਕਾਫੀ ਵਿਰੋਧ ਹੁੰਦਾ ਰਿਹਾ। ਪਿਛਲੀਆਂ ਸਰਕਾਰਾਂ ਦੇ ਕੋਲ ਜਦੋਂ ਮੋਦੀ ਸਾਹਿਬ ਸੱਤਾ ਦੇ ਵਿੱਚ ਆਏ ਤਾਂ ਇਹਨਾਂ ਨੇ ਸਾਰੀਆਂ ਸੂਬਾ ਸਰਕਾਰਾਂ ਨੂੰ ਭੇਜਿਆ ਸੀ ਇਹਦੇ ਬਾਰੇ ਕਿ ਦੱਸੋ ਕਿਵੇਂ ਕਰਨਾ, ਤੇ ਕਈ ਜਿਹੜੀਆਂ ਸੂਬਾ ਸਰਕਾਰਾਂ ਜਿਵੇਂ ਪੱਛਮੀ ਬੰਗਾਲ ਹੋ ਗਈ, ਉਹਨਾਂ ਨੇ ਇਹਦਾ ਵਿਰੋਧ ਕੀਤਾ ਸੀ। ਪਰ ਹੁਣ ਮੰਨਿਆ ਜਾ ਰਿਹਾ ਕਿ ਸਰਕਾਰ ਸ਼ਾਇਦ ਇਹ ਜਿਹੜਾ ਬਿਜਲੀ ਸੋਧ ਐਕਟ ਲਿਆਉਣ ਜਾ ਰਹੀ ਹੈ, ਇਹਨੂੰ ਪਾਸ ਕਰਾ ਲੇਗੀ। ਇਹਦੇ ਉੱਤੇ ਵੀ ਚਰਚਾ ਕਰਨ ਦੀ ਜ਼ਰੂਰਤ ਹੈ ਕਿ ਇਹਦੇ ਨਾਲ ਕਿਹੜੇ ਵਰਗ ਨੂੰ ਕੀ ਅਸਰ ਪੈਂਦਾ ਆ, ਕੀ ਇਹ ਲੋਕਾਂ ਦੇ ਹਿੱਤ ਵਿੱਚ ਹੈ ਜਾਂ ਫਿਰ ਕਿਹਦੇ ਹਿੱਤ ਵਿੱਚ ਹੈ ਜਿਹੜਾ ਸਰਕਾਰ ਇੰਨੀ ਕਾਹਲੀ ਹੈ ਕਿ ਬਿਜਲੀ ਸੋਧ ਐਕਟ ਨੂੰ ਲਾਗੂ ਕੀਤਾ ਜਾਵੇ। ਸਵਾਗਤ ਹੈ ਤੁਹਾਡਾ ਭੁੱਲਰ ਸਾਹਿਬ। ਸਤਿ ਸ੍ਰੀ ਅਕਾਲ ਜੀ, ਤਖਤ ਪੰਜਾਬ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਭੁੱਲਰ ਸਾਹਿਬ, ਮੈਂ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਦੇਖ ਰਿਹਾ ਸੀ ਕਿ ਉਹ ਗੁਜਰਾਤ ਵਿੱਚ ਵੀ ਜਾ ਕੇ ਕਹਿ ਦਿੰਦੇ ਨੇ ਕਿ ਅਸੀਂ ਮੁਫਤ ਬਿਜਲੀ ਦੇਵਾਂਗੇ। ਉੱਥੋਂ ਦਾ ਅੰਕੜਾ ਇੱਕ ਨਸ਼ਰ ਹੋਇਆ ਕਿ 1 ਸਾਲ ਦੇ ਵਿੱਚ 8,700 ਕਰੋੜ ਰੁਪਇਆ ਮੁਫਤ ਬਿਜਲੀ ਤੇ ਹੀ ਖਰਚ ਹੋ ਜਾਣਾ। ਤੇ ਪੰਜਾਬ ਦੀ ਸਥਿਤੀ ਉਦੋਂ ਵੀ ਵੱਖਰੀ ਹੈ, ਜਿਹੜਾ ਅੱਗੇ ਹੀ 3 ਲੱਖ ਕਰੋੜ ਤੋਂ ਉੱਤੇ ਦਾ ਕਰਜ਼ਈ ਆ। ਪਹਿਲਾਂ ਇਹਦੇ ਬਾਰੇ ਦੱਸਿਓ ਕਿ ਇੱਕ ਤਾਂ ਸਰਕੂਲਰ ਜਾਰੀ ਹੋਇਆ ਜਿਹੜਾ, ਉਹਦੇ ਬਾਰੇ ਕਾਫੀ ਭੰਬਲ ਭੂਸਾ ਲੋਕਾਂ ਦੇ ਵਿੱਚ। ਦੂਜਾ ਨਾਲੋਂ ਨਾਲ ਵਿੱਚ ਇਹ ਵੀ ਜ਼ਿਕਰ ਕਰ ਦਿਓ ਕਿ ਕਿੰਨਾ ਕੁ ਬੋਝ ਜਿਹੜਾ ਉਹ ਪੰਜਾਬ ਦੇ ਖਜ਼ਾਨੇ ਉੱਤੇ ਪੈਣਾ, ਤੇ ਉਹ ਪੈਸਾ ਆਉਣਾ ਕਿੱਥੋਂ ਹੈ, ਸਰਕਾਰ ਕਿਵੇਂ ਭਰੇਗੀ ਜੇ ਲੋਕਾਂ ਦੀ ਜੇਬ ਚੋਂ ਨਹੀਂ ਜਾਣਾ। ਦੇਖੋ ਜੀ ਸੁਖਵਿੰਦਰ ਜੀ, ਇੱਥੋਂ ਤੱਕ ਤਾਂ ਆਪਣਾ ਸਰਕੂਲਰ ਹੈ ਜਿਹੜਾ, ਉਹਦਾ ਸੰਬੰਧ ਹੈਗਾ ਬਿਲਕੁਲ ਬਹੁਤ ਸਾਰੇ ਲੋਕਾਂ ਦੇ ਭੁਲੇਖੇ ਨੇ ਕਿ ਪਤਾ ਨਹੀਂ ਕਿਹਨੂੰ ਬਿਜਲੀ ਮਾਫ ਹੋਣੀ ਆ, ਕਿਹਨੂੰ ਨਹੀਂ ਹੋਣੀ ਆ। ਔਰ ਹਰੇਕ ਮਤਲਬ ਕੋਈ ਵੀ ਬੰਦਾ, ਕੋਈ ਪੋਲੀਟੀਕਲ ਪਾਰਟੀ ਆ, ਕੋਈ ਹੋਰ ਆ, ਆਪਣੇ ਆਪਣੇ ਹਿਸਾਬ ਨਾਲ ਉਹਨੂੰ ਕੋਈ ਇੰਟਰਪ੍ਰੇਟ ਕਰ ਰਿਹਾ ਹੈਗਾ। ਪਰ ਜਿੱਥੋਂ ਤੱਕ ਮੈਂ ਪੜ੍ਹਿਆ ਹੈਗਾ ਜੀ ਸਰਕੂਲਰ, ਉਹਦੇ ਵਿੱਚ ਸਾਰੇ ਖਪਤਕਾਰ ਬੜਾ ਸਪਸ਼ਟ ਲਿਖਿਆ ਹੋਇਆ ਜੀ। ਪੰਜਾਬੀ ਦੇ ਵਿੱਚ ਵੀ ਉਹਨਾਂ ਨੇ ਸਰਕੂਲਰ ਦਿੱਤਾ ਔਰ ਅੰਗਰੇਜ਼ੀ ਦੇ ਵਿੱਚ ਵੀ ਦਿੱਤਾ ਗਾ। ਔਰ ਪੰਜਾਬੀ ਦੇ ਵਿੱਚ ਬੜਾ ਸਪਸ਼ਟ ਲਿਖਿਆ ਹੋਇਆ ਕਿ ਸਾਰੇ ਖਪਤਕਾਰ, ਚਾਹੇ ਉਹ ਕੋਈ ਜਨਰਲ ਕੈਟਾਗਰੀ ਦਾ, ਚਾਹੇ ਕਿਸੇ ਵੀ ਕੈਟਾਗਰੀ ਦਾ ਹੈਗਾ, ਚਾਹੇ ਉਹਦਾ ਜਿੰਨਾ ਮਰਜ਼ੀ ਲੋਡ ਹੈਗਾ ਜੀ, ਚਾਹੇ ਉਹ ਇਨਕਮ ਟੈਕਸ ਪੇ ਕਰਦਾ ਜਾਂ ਨਹੀਂ ਕਰਦਾ ਜੀ, ਸਾਰੇ ਖਪਤਕਾਰਾਂ ਨੂੰ 1 ਜੁਲਾਈ ਤੋਂ ਲੈ ਕੇ 300 ਯੂਨਿਟ ਪ੍ਰਤੀ ਮਹੀਨਾ ਜਾਂ 600 ਯੂਨਿਟ ਜਿਹੜੀਆਂ 2 ਮਹੀਨੇ ਦੀਆਂ ਬਿਜਲੀ ਦਾ ਬਿੱਲ ਜ਼ੀਰੋ ਆਏਗਾ। ਬਿਲਕੁਲ ਸਰਕੂਲਰ ਤੁਸੀਂ ਪੜੋਗੇ ਸੁਖਵਿੰਦਰ ਜੀ, ਉਹਦੇ ਵਿੱਚ ਜ਼ੀਰੋ ਲਿਖਿਆ ਹੋਇਆ ਕਿ ਜ਼ੀਰੋ ਬਿੱਲ ਆਊਗਾ ਜੀ ਪਹਿਲੀਆਂ 300 ਜਿਹੜੀਆਂ ਯੂਨਿਟਾਂ ਨੇ ਜਾਂ 600 ਯੂਨਿਟਾਂ ਨੇਗੀਆਂ। ਅੱਛਾ, ਮੈਂ ਇੱਥੇ ਇੱਕ ਸਵਾਲ ਐਡ ਕਰਾਂ। ਮੈਂ ਮੰਤਰੀ ਸਾਹਿਬ ਦਾ ਬਿਆਨ ਸੁਣ ਰਿਹਾ ਸੀ, ਬਿਜਲੀ ਮੰਤਰੀ, ਉਹਦੇ ਵਿੱਚ ਜ਼ਿਕਰ ਕਰ ਰਹੇ ਨੇ ਕਿ 1 ਕਿਲੋਵਾਟ ਤੱਕ ਅਸੀਂ ਜਿਹੜਾ 1 ਕਿਲੋਵਾਟ, ਉਹਨਾਂ ਨੇ 2 ਵਾਰ ਜ਼ਿਕਰ ਕੀਤਾ ਕਿ 1 ਕਿਲੋਵਾਟ ਤੱਕ ਅਸੀਂ ਬਿਜਲੀ ਮੁਫਤ ਕਰ ਰਹੇ ਹਾਂ। ਇਹ ਕੀ ਪਹਿਲਾ ਸਰਕੂਲਰ ਤੋਂ ਕਿ ਬਾਅਦ ਦੇ ਵਿੱਚ ਦੀ ਗੱਲ? ਦੇਖੋ, ਇਹ ਕੋਈ ਪਹਿਲਾਂ ਦੀ ਗੱਲ ਹੋਣੀ ਆ। ਜਿੱਥੋਂ ਤੱਕ ਹੁਣ ਜਿਹੜਾ ਜਦੋਂ ਤੋਂ ਸਰਕੂਲਰ ਜਾਰੀ ਹੋਇਆਗਾ, ਉਸ ਤੋਂ ਬਾਅਦ ਕੋਈ ਵੀ ਸ਼ਰਤ ਮਤਲਬ ਕਿ ਇਹ ਸਰਕਾਰ ਵੱਲੋਂ ਨਹੀਂ ਲਾਈ ਗਈ, ਨਾ 1 ਕਿਲੋਵਾਟ ਦੀ, ਨਾ 2 ਦੀ, ਨਾ 7 ਦੀ। ਜਿੰਨਾ ਮਰਜ਼ੀ ਲੋਡ ਹੋਵੇ ਜੀ, ਜਿਹੜੀ ਮਰਜ਼ੀ ਕੈਟਾਗਰੀ ਨਾਲ ਸੰਬੰਧ ਰੱਖਦਾ ਹੋਵੇ, ਬਸ ਇੱਕੋ ਹੀ ਸ਼ਰਤ ਆ ਕਿ 300 ਜਾਂ 600 ਯੂਨਿਟ ਤੋਂ ਉਹਦੀ ਖਪਤ ਵਧਣੀ ਨਹੀਂ ਚਾਹੀਦੀ। ਜੇ ਵਧੂਗੀ ਫਿਰ ਉਹ ਅੱਗੇ ਉਹਦੇ ਬਿੱਲ ਕਿਹਨੂੰ ਕਿਸ ਤਰ੍ਹਾਂ ਬਣਾਉਣਾ, ਕਿਹਨੂੰ ਕਿਸ ਤਰ੍ਹਾਂ ਬਣਾਉਣਾ, ਉਹਦੇ ਅਲੱਗ-ਅਲੱਗ ਤਰੀਕੇ ਲਿਖੇ ਹੋਏ ਨੇਗੇ। ਸੋ ਕਿਲੋਵਾਟ ਦੀ ਸ਼ਰਤਾਂ ਤਾਂ ਬਿਲਕੁਲ ਇਹਨਾਂ ਨੇ ਪਹਿਲਾਂ ਸਰਕਾਰਾਂ ਤਾਂ ਲੱਗੀਆਂ ਹੁੰਦੀਆਂ ਸੀ ਸ਼ਰਤਾਂ ਕਿ 200 ਯੂਨਿਟ ਜਦੋਂ ਮਾਫ ਸੀ SC ST ਕੈਟਾਗਰੀ, BPL ਕੈਟਾਗਰੀ ਨੂੰ, ਉਦੋਂ ਇੱਕ ਵਾਰੀ ਸ਼ਰਤਾਂ ਲੱਗੀਆਂ ਸੀ 1 ਕਿਲੋਵਾਟ ਦੀਆਂ ਜਾਂ ਵੱਧ ਤੋਂ ਵੱਧ 3000 ਯੂਨਿਟ ਜਿਹੜੀ ਹੋਣੀ ਚਾਹੀਦੀ ਆ ਸਾਲ ਦੇ ਵਿੱਚ। ਮਤਲਬ ਏਦਾਂ ਦੀਆਂ ਸ਼ਰਤਾਂ ਪਹਿਲਾਂ ਹੁੰਦੀਆਂ ਸੀ। ਇਸ ਸਰਕਾਰ ਨੇ ਤਾਂ ਮੈਂ ਵੀ ਹੈਰਾਨ ਆ ਕਿ ਇੱਕ ਵੀ ਸ਼ਰਤ ਨਹੀਂ ਰੱਖੀ ਹੈਗੀ। ਉਹ ਜਿਹੜੀ ਸ਼ਰਤਾਂ ਦੀ ਗੱਲ ਕਰਦੇ ਆ ਨਾ ਲੋਕ, ਉਹ ਇੱਕ ਸਵੈ ਘੋਸ਼ਣਾ ਪੱਤਰ ਲਿਖਿਆ ਹੋਇਆ ਇਸ ਸਰਕੂਲਰ ਦੇ ਵਿੱਚ ਜੋ ਜਾਰੀ ਹੋਇਆ ਕਿ ਸਵੈ ਘੋਸ਼ਣਾ ਪੱਤਰ ਦੇਣਾ ਪਊਗਾ। ਤੇ ਉਸ ਨੂੰ ਲੋਕ, ਕਈ ਸ਼ਰਾਰਤੀ ਲੋਕ ਨੇ ਜਿਹੜੇ, ਉਹ ਉਸ ਨੂੰ ਸ਼ਰਤਾਂ ਕਹੀ ਜਾਂਦੇ ਨੇਗੇ, ਜਦੋਂ ਕਿ ਉਹ ਕੋਈ ਸ਼ਰਤ ਨਹੀਂ ਹੈਗੀ। ਉਹ ਤਾਂ ਜਦੋਂ 200 ਯੂਨਿਟਾਂ ਪਹਿਲਾਂ ਸ਼ਡਿਊਲ ਕਾਸਟ, ST, BPL
ਨੂੰ ਮਾਫ ਹੁੰਦੀਆਂ ਸੀਗੀਆਂ, ਉਸ ਵੇਲੇ ਵੀ ਜਨਵਰੀ 2020 ਤੋਂ ਲੈਣ ਲੱਗਿਆ ਕਿ ਉਹ ਸਿਰਫ ਇਸ ਕਰਕੇ ਲਿਆ ਜਾਂਦਾ ਸੀ ਸਵੈ ਘੋਸ਼ਣਾ ਪੱਤਰ, ਤਾਂ ਕਿ ਜਿਹੜੀ ਸਬਸਿਡੀ ਆ ਉਹ ਰੈਸ਼ਨਲਾਈਜੇਸ਼ਨ ਹੋਵੇ ਉਹਦਾ, ਤਾਂ ਕਿ ਜਿਹੜੀ ਸਹੀ ਲੋਕ ਨੇ ਉਹਨਾਂ ਕੋਲੇ ਜਾਵੇ। ਤੇ ਹੁਣ ਵੀ ਉਸੇ ਸਵੈ ਘੋਸ਼ਣਾ ਪੱਤਰ ਨੂੰ ਇਹਦੇ ਵਿੱਚ ਰਿਪੀਟ ਕੀਤਾ ਗਿਆ ਕਿ ਇਹ ਸਵੈ ਘੋਸ਼ਣਾ ਪੱਤਰ ਦਿੱਤਾ ਲਿਆ ਜਾਊਗਾ ਮਤਲਬ। ਤੇ ਉਹਦੇ ਵਿੱਚ ਹੈ ਕੀ ਆ ਜੀ, ਸ਼ਰਤ ਕੀ ਆ, ਬਿਲਕੁਲ ਪਹਿਲਾਂ ਵਾਲੀਆਂ ਨੇ ਕਿ ਉਹ ਆਮਦਨ ਕਰਨਾ ਪੇ ਕਰਦਾ ਹੋਵੇ। ਇਹ ਕਈ ਲੋਕ ਸਮਝੀ ਜਾਂਦੇ ਆ ਕਿ ਸ਼ਾਇਦ ਜਨਰਲ ਕੈਟਾਗਰੀ ਨੂੰ ਕਹਿ ਰਹੇ ਨੇ ਕਿ ਆਮਦਨ ਕਰਨਾ ਪੇ ਕਰਦਾ ਹੋਵੇ। ਉਹ ਪੁਰਾਣੀਆਂ ਸ਼ਰਤਾਂ ਸਾਰੀਆਂ ਉਹਦੇ ਤੇ ਲਾਗੂ ਨੇਗੀਆਂ। ਉਹ ਚ ਫਰਕ ਕਿਉਂ ਦੇਣਾ ਪਿਆ ਜੀ ਉਹ ਸਰਕੂਲਰ, ਹੈ ਨਾ, ਜਾਂ ਸੌਰੀ ਆਪਣਾ ਸਵੈ ਘੋਸ਼ਣਾ ਪੱਤਰ, ਉਹ ਇਸ ਕਰਕੇ ਆ ਕਿ ਹੁਣ ਦੋ ਕੈਟੇਗਰੀ ਲਾਓ ਸੀ, ਕਿਉਂਕਿ ਸਾਰਿਆਂ ਨੂੰ ਐਵੇਂ ਕਿ ਇੱਕ ਸ਼ਰਤ ਜੀ ਤਾਂ ਹੈਗੀ ਹੈ ਨਾ ਕਿ ਜਿਹੜੇ ਸ਼ਡਿਊਲ ਕਾਸਟ ਜਾਂ BPL ਕੈਟੇਗਰੀ ਦੇ ਜਾਂ ਸੁਤੰਤਰਤਾ ਸੈਨਾਨੀ ਹੈਗੇ ਆ ਜੀ, ਉਹਨਾਂ ਨੂੰ ਕਿਉਂਕਿ ਪਹਿਲਾਂ 200 ਯੂਨਿਟ ਬਿਲਕੁਲ ਫ੍ਰੀ ਸੀ ਜੀ, ਤੇ ਬਾਕੀਆਂ ਨੂੰ ਨਹੀਂ ਸੀ ਜੀ। ਠੀਕ ਆ, ਤੇ ਬਾਕੀਆਂ ਨਾਲੋਂ ਡਿਸਟਿੰਕਸ਼ਨ ਕਰਨ ਵਾਸਤੇ ਉਹ ਪਹਿਲਾਂ ਵੀ ਸਰਕੂਲਰ ਸੀ, ਹੁਣ ਵੀ ਆ, ਉਹ ਬਸ ਇਹੀ ਆ ਕਿ ਜਦੋਂ 300 ਯੂਨਿਟ ਜਾਂ 600 ਯੂਨਿਟ ਤੋਂ ਬਿੱਲ ਵੱਧ ਜਾਂਦਾ ਗਾ ਕਿਸੇ ਖਪਤਕਾਰ ਦਾ, ਜੇ ਤਾਂ ਉਹ ਸ਼ਡਿਊਲਡ ਕਾਸਟ ਜਾਂ ਉਸ ਕੈਟੇਗਰੀ ਚ ਆਉਂਦਾ ਹੈਗਾ, ਫੇਰ ਤਾਂ ਉਹਨੂੰ ਥੱਲੜੇ 300 ਯੂਨਿਟ ਤਾਂ ਹੋਣਗੇ ਜਾਂ 600 ਯੂਨਿਟ ਤਾਂ ਮਾਫ ਹੋਣਗੇ ਜੀ। ਸਿਰਫ ਉੱਪਰਲੇ ਯੂਨਿਟਾਂ ਦਾ ਲੱਗੂਗਾ। ਉਹਨਾਂ ਨੇ ਐਗਜ਼ਾਮਪਲ ਵੀ ਦਿੱਤੀ ਹੈਗੀ ਉਹਦੇ ਵਿੱਚ ਸਰਕੂਲਰ ਵਿੱਚ ਕਿ ਜੇ ਕਿਸੇ ਦਾ 750 ਯੂਨਿਟ ਮਤਲਬ ਕਿ ਖਪਤ ਹੋ ਗਿਆ ਕਿਸੇ ਖਪਤਕਾਰ ਦਾ, ਜਿਹੜਾ ਸ਼ਡਿਊਲ ਕਾਸਟ ST ਕੈਟੇਗਰੀ ਜਾਂ ਸੁਤੰਤਰਤਾ ਸੈਨਾਨੀ ਹੈਗਾ, ਤਾਂ ਉਹਨੂੰ 750 ਚੋਂ 600 ਕੱਢ ਕੇ 150 ਯੂਨਿਟ ਦਾ ਹੀ ਬਿੱਲ ਆਊਗਾ ਜੀ। ਉਹ ਸਵੈ ਘੋਸ਼ਣਾ ਪੱਤਰ ਦਾ ਮਤਲਬ ਇੰਨਾ ਹੀ ਆ। ਦੂਸਰੇ ਪਾਸੇ ਜਿਹੜੀ ਦੂਸਰੀ ਕੈਟੇਗਰੀਜ਼ ਆ ਗਈਆਂ, ਇਹਨਾਂ ਨੂੰ ਛੱਡ ਕੇ ST SC BPL ਸੁਤੰਤਰਤਾ ਸੈਨਾਨੀਆਂ ਨੂੰ ਛੱਡ ਕੇ ਬਾਕੀ ਰਹਿ ਗਏ ਜਿਹੜੇ, ਜੇ ਉਹਨਾਂ ਦੀ ਖਪਤ 300 ਜਾਂ 600 ਤੋਂ ਘੱਟ ਆ ਜੀ, ਫਿਰ ਤਾਂ ਉਹਨਾਂ ਦਾ ਵੀ ਜ਼ੀਰੋ ਬਿੱਲ ਆਊਗਾ। ਠੀਕ ਹੈ ਜੀ। ਜੇ ਉਹਨਾਂ ਦੀ ਖਪਤ 300 ਜਾਂ 600 ਯੂਨਿਟ ਤੋਂ ਵੱਧ ਜਾਂਦੀ ਆ, ਫਿਰ ਉਹਨਾਂ ਨੂੰ ਜਿਵੇਂ ਪਹਿਲਾਂ ਬਿੱਲ ਬਣਦੇ ਸੀ ਉਵੇਂ ਬਿੱਲ ਬਣੂਗਾ ਉਹਨਾਂ ਦਾ ਮਤਲਬ, ਤੇ ਉਹਦੇ ਵਿੱਚ ਕੋਈ ਮਤਲਬ ਕਿ ਰਿਆਇਤ ਨਹੀਂ ਹੋਊਗੀ। ਸਿਰਫ ਰਿਆਇਤ ਜਿਹੜੀ ਆਪਣੀ ਗਰੀਬ ਤਬਕਾ ਉਹਨੂੰ ਦਿੱਤੀ ਗਈ ਹੈ ਕਿ ਉਹਨਾਂ ਦਾ ਬਿੱਲ ਜ਼ੀਰੋ ਹੀ ਰਹੂਗਾ, ਮਤਲਬ ਜੇ ਉਹ 300 600 ਤੋਂ ਵੱਧ ਫੂਕਦੇ ਨੇਗੇ। ਔਰ ਹੈਰਾਨ ਹੋਵੋਗੇ ਤੁਸੀਂ, ਜ਼ੀਰੋ ਬਿੱਲ ਇੱਥੋਂ ਤੱਕ ਸ਼ਰਤਾਂ ਦੀ ਛੋਟ ਆ ਜਿਹੜੀ ਖੁੱਲੇ ਦਰਵਾਜ਼ੇ ਕਰਤੇ ਉਹਨਾਂ ਨੇ ਕਿ ਫਿਕਸ ਚਾਰਜ ਵੀ ਕਹਿਤਾ ਕਿ ਨਹੀਂ ਲਵਾਂਗੇ, ਮੀਟਰ ਰੈਂਟ ਵੀ ਨਹੀਂ ਲਵਾਂਗੇ। ਬਿਲਕੁਲ ਉਹ ਜਿਵੇਂ ਬਜਾਜੀ ਵਾਲੀ ਇੱਕ ਕਹਾਵਤ ਆ ਨਾ ਕਿ ਤੇਰੇ ਅੱਗੇ ਥਾਨ ਸੁੱਟਿਆ ਜੀ, ਭਾਵੇਂ ਸੁੱਥਣ ਸਵਾਲਾ ਭਾਵੇਂ ਲਹਿੰਗਾ। ਬਿਜਲੀ ਦਾ ਕੰਮ ਐਂ ਕਰ ਦਿੱਤਾ ਉਹਨਾਂ ਨੇ, ਕੋਈ ਸ਼ਰਤ ਨਹੀਂ, ਬਿਲਕੁਲ ਸ਼ਰਤ ਨਹੀਂ ਹੈਗੀ। ਜੇ ਲੋਕ ਕਿਫਾਇਤ ਨਾਲ ਬਿਜਲੀ ਵਰਤਣਗੇ ਤਾਂ ਸਮਰ ਦੇ ਜਿਹੜੇ ਗਰਮੀ ਦੇ ਦਿਨ ਨੇ ਇਹਨਾਂ ਨੂੰ ਛੱਡ ਕੇ, ਉਹ ਵੀ ਜਿਹੜੇ ਲੋਕ ਜ਼ਿਆਦਾ ਚਲਾਉਂਦੇ ਨੇਗੇ, ਇਹਨਾਂ ਨੂੰ ਛੱਡ ਕੇ ਮੇਰੇ ਖਿਆਲ ਦੇ ਮੁਤਾਬਕ 7-8 ਮਹੀਨੇ ਤਾਂ ਲੋਕਾਂ ਨੂੰ ਜ਼ੀਰੋ ਬਿੱਲ ਆਊਗਾ ਜੇ ਉਹ ਮਤਲਬ ਕਿ ਇੰਨੀ ਆਪਾਂ ਕੀ ਖੁੱਲੇ ਦਿਲ ਨਾਲ ਨਹੀਂ ਮਚਾਉਂਦੇ ਹੈ ਕਿ 600 ਤੋਂ 300 ਤੋਂ ਵੱਧ ਜਾਣ। ਤੇ ਇਹਦੇ ਨਾਲੋਂ ਸ਼ਰਤਾਂ ਲਾਉਣੀਆਂ ਚਾਹੀਦੀਆਂ ਸੀ। ਗਵਰਨਮੈਂਟ ਨੇ ਕੋਈ ਵੀ ਸ਼ਰਤ ਨਹੀਂ ਲਈ ਮੇਰੇ ਖਿਆਲ ਮੁਤਾਬਕ, ਲਾਉਣੀਆਂ ਚਾਹੀਦੀਆਂ ਸੀ ਜੀ, ਕਿਉਂਕਿ ਇਹ ਡਰ ਹੈਗਾ ਕਿ ਸੁਖਵਿੰਦਰ ਜੀ ਸਾਡੇ ਜਿਹੜੇ 62 ਲੱਖ ਕੰਜ਼ਿਊਮਰ ਨੇਗੇ, 72 ਲੱਖ ਟੋਟਲ ਕੰਜ਼ਿਊਮਰ ਨੇ ਸਾਡੇ ਕੋਲੇ, 62 ਲੱਖ ਕੋਈ 85% ਮੇਰੇ ਖਿਆਲ ਬਣ ਜਾਂਦੇ ਆ, ਉਹਨਾਂ ਦੀ ਜਿਹੜੀ ਖਪਤ ਆ ਨਾ ਉਹ 150-130 ਯੂਨਿਟ ਐਵਰੇਜ ਪਰ ਮੰਥ ਆ ਜੀ। ਤੇ ਹੁਣ ਉਹ ਲਾਜ਼ਮੀ ਆ ਕਿਉਂਕਿ 300 ਤੱਕ ਫ੍ਰੀ ਹੈਗੀ ਹੈ ਜੀ, ਹੈ ਨਾ, ਤੇ ਉਹ 300 ਤੱਕ ਤਾਂ ਜਾਣਗੇ। ਤੇ ਬਾਕੀ ਦੀ ਗੱਲ ਆਪਣੀ ਸਾਨੂੰ ਸੁਭਾਅ ਪਿਆ ਹੋਇਆ ਮੀਟਰਾਂ ਨੂੰ ਅੱਗੇ ਪਿੱਛੇ ਕਰਾਉਣ ਦਾ ਔਰ ਚੋਰੀ ਕਰਨ ਦਾ, ਉਹ ਹੁਣ ਅਸੀਂ 600 ਵਾਲਾ ਜੇ ਉਹਦੇ 610 ਬਣ ਗਏ ਤੇ ਉਹਨੂੰ ਬਿੱਲ ਤਾਂ ਕਾਨੂੰਨ ਮੁਤਾਬਕ ਭਰਨਾ ਪਊਗਾ, ਪਰ ਉਹ 600 ਨੂੰ 10 ਨੂੰ ਥੱਲੇ ਲੈ ਕੇ ਆਊਗਾ। ਠੀਕ ਹੈ ਨਾ ਜੀ। ਇਹ ਕੋਈ ਸ਼ਰਤਾਂ ਗਵਰਨਮੈਂਟ ਨੇ ਲਾਉਣੀਆਂ ਚਾਹੀਦੀਆਂ ਸੀ। ਜਾਂ ਕੋਈ ਮੀਟਰ ਕਈਆਂ ਦੇ ਦੇਖੋ ਅੰਦਰ ਲੱਗੇ ਹੋਏ ਨੇ ਮੀਟਰ ਜੀ, ਉਹ ਪੱਕਾ ਹੀ ਆ ਕਿ ਉਹ ਕਿਉਂ ਰੌਲਾ ਪਾਉਂਦੇ ਨੇ ਲੋਕ ਕਿ ਅੰਦਰੋਂ ਬਾਹਰ ਨਹੀਂ ਕਰਨ ਦੇ, ਕਿਉਂਕਿ ਚੋਰੀ ਕਰਨੀ ਹੈ ਜੀ। ਇਸ ਕਰਕੇ ਸ਼ਰਤਾਂ ਇਦਾਂ ਦੀਆਂ ਲਾਉਣੀਆਂ ਚਾਹੀਦੀਆਂ ਸੀ ਕਿ ਜੇ ਮੀਟਰ ਬਾਹਰ ਹੋਣਾ ਚਾਹੀਦਾ ਜੀ, ਜੇ ਬੰਦਾ ਚੋਰੀ ਕਰਦਾ ਫੜਾ ਗਿਆ ਤਾਂ ਉਸ ਤੋਂ ਉਹ ਜਿਹੜੀ ਉਹਦੀ ਸਬਸਿਡੀ ਆ ਜਿਹੜੀ 300 ਯੂਨਿਟ ਫ੍ਰੀ ਦੀ, ਉਹ ਅਸੀਂ ਰੱਦ ਕਰ ਦੇਵਾਂਗੇ, ਜਾਂ ਜੇ ਕੋਈ ਬਿੱਲ ਨਹੀਂ ਭਰੂਗਾ ਤਾਂ ਵੀ ਰੱਦ ਕਰ ਦੇਵਾਂਗੇ। ਸ਼ਰਤਾਂ ਲਾਉਣੀਆਂ ਚਾਹੀਦੀਆਂ ਸੀ, ਸ਼ਰਤ ਕੋਈ ਲਾਈ ਨਹੀਂ ਹੈਗੀ। ਇਹ ਭਰਮ ਪਾਇਆ ਜਾ ਰਿਹਾ, ਜਾਂ ਇਹ ਕਹਿ ਲਓ ਕਿ ਮੈਂ ਕੋਈ ਸਰਕਾਰ ਦੇ ਪੱਖ ਦੀ ਗੱਲ ਤਾਂ ਨਹੀਂ ਕਰ ਰਿਹਾ ਕਿ ਸਰਕਾਰ ਨਿੰਦਣ ਵਾਸਤੇ ਵੀ ਕਈ ਲੋਕ ਕਹੀ ਜਾਂਦੇ ਕਿ ਸ਼ਰਤਾਂ ਲੱਗ ਗਈਆਂ ਜੀ, ਸ਼ਰਤਾਂ ਲੱਗ ਗਈਆਂ ਜੀ।
ਤੇ ਅਸੀਂ ਮਤਲਬ ਕਿ ਇਹ ਜੇ ਮੈਂ ਪ੍ਰੋਫੈਸ਼ਨਲ ਜਾਂ ਬਿਜਲੀ ਬੋਰਡ 'ਚ ਜੌਬ ਕੀਤੀ ਆ, ਉਹਦੇ ਕਰਕੇ ਮੈਂ ਕਹਿੰਦਾ ਕਿ ਨਜਾਇਜ਼ ਹੋ ਗਿਆ ਸਾਰਾ ਕੁਛ, ਮਤਲਬ ਹੈ ਨਾ, ਕੋਈ ਵੀ ਸ਼ਰਤ ਨਹੀਂ ਰੱਖੀ, ਰੱਖਣੀ ਚਾਹੀਦੀ ਸੀ ਸ਼ਰਤ। ਜੀ ਭੁੱਲਰ ਸਾਹਿਬ, ਜਿਵੇਂ ਮੈਂ ਸਵਾਲ ਕੀਤਾ ਸੀ ਕਿ ਖਰਚਾ ਜਿਹੜਾ ਉਹ ਖਜ਼ਾਨੇ ਦੇ ਉੱਤੇ ਬੋਝ ਤਾਂ ਪੈਣਾ ਹੀ ਹੈ, ਕਿੰਨਾ ਕੁ ਖਰਚਾ ਜਿਹੜਾ ਸਰਕਾਰ ਨੂੰ ਇਹਦਾ ਅਦਾ ਕਰਨਾ ਪੈਣਾ ਹੈ, ਇਹ ਕਿਤੇ ਉਹ ਚੱਕਰ ਤਾਂ ਨਹੀਂ ਜਿਵੇਂ ਮੰਨ ਲਓ ਕਿ ਕਿਸੇ ਨੂੰ 300 ਯੂਨਿਟ ਮਾਫ ਕੀਤੀ ਆ ਤੇ ਉਹਦੇ ਵਿੱਚੋਂ ਉਹ 150 ਯੂਨਿਟ ਵਰਤਦਾ ਹੈ ਤੇ ਬਾਕੀ 150 ਯੂਨਿਟ ਉਹ ਕਿੱਧਰ ਗਈ? ਕੀ ਉਹਦਾ ਪੈਸਾ ਵੀ ਸਰਕਾਰ ਪੀਐਸਪੀਸੀਐਲ ਨੂੰ ਦੇਗੀ ਜਾਂ ਉਹਦੇ ਉੱਤੇ ਵੀ ਕੁਝ ਸੋਚਿਆ ਗਿਆ ਕਿ ਕਿਵੇਂ ਕਰਨਾ ਉਹਦੇ ਬਾਰੇ? ਨਹੀਂ ਦੇਖੋ, ਜਿਹੜੀ ਖਪਤ ਤਾਂ ਹੁਣ ਅਸਲ ਤਾਂ ਨਾ ਇਹਦਾ ਸੁਖਵਿੰਦਰ ਜੀ ਬਾਅਦ ਚ ਪਤਾ ਲੱਗਦਾ ਹੁੰਦਾ। ਹੁਣ ਇੱਕ ਵਾਰੀ ਤਾਂ ਇਹ ਐਸਟੀਮੇਟ ਨੇ, ਹੈ ਨਾ, ਜਦੋਂ ਇਹ ਪੂਰਾ ਸਾਲ ਲੰਘ ਜਾਂਦਾ ਉਦੋਂ ਬਾਅਦ ਆਡਿਟ ਹੁੰਦਾਗਾ, ਫਿਰ ਕਿੰਨੀਆਂ ਯੂਨਿਟਾਂ ਕਿੱਥੇ ਖਪਤ ਹੋਈਆਂ, ਖੇਤੀ 'ਚ ਕਿੰਨੀਆਂ ਹੋਈਆਂ, ਘਰੇਲੂ ਕਿੰਨੀਆਂ ਹੋਈਆਂ, ਅਸਲ ਤਾਂ ਨਾ ਉਦੋਂ ਪਤਾ ਲੱਗਦਾ ਹੈਗਾ। ਉਹ ਅੰਦਾਜ਼ਨ ਮਤਲਬ ਜਿਹੜਾ ਹੈਗਾ ਕਿ ਇਹਦਾ ਕੋਈ 3,3200 ਕਰੋੜ ਰੁਪਈਆ ਇਸ ਨਾਲ ਬੋਝ ਪਊਗਾ, ਮਤਲਬ ਨਵਾਂ ਸਰਕਾਰ ਤੇ। ਦੇਖੋ 4,000 ਮਤਲਬ ਕਰੋੜ ਤਾਂ ਪਹਿਲਾਂ ਹੀ ਸਬਸਿਡੀ ਗਵਰਨਮੈਂਟ ਦੇ ਰਹੀ ਸੀਗੀ ਘਰੇਲੂ ਖਪਤਕਾਰਾਂ ਨੂੰ, ਜਿਨ੍ਹਾਂ ਚੋਂ 1,600 ਤਕਰੀਬਨ 75 ਕਰੋੜ ਰੁਪਈਆ ਤਾਂ ਜਿਹੜੇ ਗਰੀਬ ਤਬਕਾ ਸੀ, ਬੀਪੀਐਲ, ਐਸਸੀ, ਐਸਟੀ, ਉਹਨਾਂ ਨੂੰ ਜਿਹੜੀਆਂ 200 ਯੂਨਿਟਾਂ ਮਾਫ ਸੀ ਨਾ, ਉਹਨਾਂ ਕਰਕੇ ਮਿਲ ਰਿਹਾ ਸੀਗਾ। ਤੇ ਫਰੀ ਟਾਈਮ ਫਾਈਟਰ ਸੀ, ਉਹਨਾਂ ਨੂੰ ਕੋਈ 40 ਕਰੋੜ ਰੁਪਏ ਦੀ ਸਬਸਿਡੀ ਉਹਨਾਂ ਨੂੰ ਹੈਗੀ ਸੀ ਜੀ। ਇਸੇ ਤਰ੍ਹਾਂ ਜਿਹੜੀ ਚੰਨੀ ਸਰਕਾਰ ਨੇ ਨਵੰਬਰ 21 ਤੋਂ ਕੀਤੀ ਸੀਗੀ, 7 ਰੁਪਏ ਤੋਂ ਘਟਾ ਕੇ 3 ਰੁਪਏ ਯੂਨਿਟ ਦੀ ਸਬਸਿਡੀ ਦਿੱਤੀ ਸੀਗੀ, ਉਹ ਮਤਲਬ ਕੋਈ 2300 ਕਰੋੜ ਰੁਪਈਆ ਉਹ ਬਣਦਾ ਸੀ। ਸੋ ਘਰੇਲੂ ਜਿਹੜਾ ਖੇਤਰ ਸੀਗਾ ਉਹਨੂੰ ਤਕਰੀਬਨ 4,000 ਕਰੋੜ ਰੁਪਏ ਦੀ ਤਾਂ ਸਬਸਿਡੀ ਪਹਿਲਾਂ ਮਿਲ ਰਹੀ ਸੀ, ਉਹਦੇ ਵਿੱਚ ਕੋਈ 3,3200 ਦਾ ਹੋਰ ਵਾਧਾ ਹੋਊਗਾ। ਤੁਸੀਂ ਹੈਰਾਨ ਹੋਵੋਗੇ ਕਿ ਯੂਨਿਟਾਂ ਮਾਫ ਵੀ ਕਰ ਦਿੱਤੀਆਂ, ਤੇ ਜਿਹੜਾ ਟੈਰਿਫ ਸੀ, ਮਤਲਬ ਨਾ ਜਿਹੜਾ ਨਵੰਬਰ 21 ਤੋਂ ਪਹਿਲੀ ਸਰਕਾਰ ਦੇ ਕੇ ਗਏ ਸੀ 3 ਰੁਪਏ ਮਾਫ ਵਾਲਾ, ਉਹ ਵੀ ਲਾਗੂ ਰੱਖਿਆ ਗਿਆ ਜੀ। ਟੈਰਿਫ ਦੇ ਵਿੱਚ ਵੀ ਕੋਈ ਵਾਧਾ ਨਹੀਂ ਕੀਤਾ, ਬਲਕਿ ਟੈਰਿਫ ਵਿੱਚ ਸਬਸਿਡੀ ਅਲੱਗ ਹੋ ਗਈ, ਜ਼ੀਰੋ ਜਿਹੜੀ ਬਿੱਲ ਦੀ ਸਬਸਿਡੀ ਉਹ ਅਲੱਗ ਹੋ ਗਈ। ਸਮਝ ਗਿਆ ਜੀ। ਇਹ ਗੱਲ ਤਾਂ ਸਾਫ਼ ਹੈ ਨਾ ਕਿ ਬਿਜਲੀ ਉਸੇ ਦਰ ਤੇ ਮਿਲੂਗੀ ਜਿਹੜੀ ਚੰਨੀ ਸਾਹਿਬ ਦੀ ਸਰਕਾਰ ਵੇਲੇ ਮਿਲਦੀ ਰਹੀ ਆ, ਤੇ 300 ਯੂਨਿਟ ਇਹਨਾਂ ਨੇ ਵਿੱਚ ਪਾ ਕੇ ਨਾਲੋਂ ਨਾਲ ਖਜ਼ਾਨੇ ਤੇ ਬੋਝ ਦਾ ਬੋਝ ਵੱਧਦਾ ਜਾ ਰਿਹਾ। ਬਿਲਕੁਲ ਸਰ, ਬਿਲਕੁਲ। ਜੇ ਹੁਣ ਜਿਹੜੀਆਂ ਪਹਿਲੀਆਂ 100 ਯੂਨਿਟਾਂ ਉਹਨਾਂ ਨੇ 1 ਰੁਪਏ 19 ਪੈਸੇ ਕੀਤੀਆਂ ਸੀ ਜੀ, 2 ਕਿਲੋਵਾਟ ਲੋਡ ਵਾਲੇ ਵਾਸਤੇ, ਤੇ ਅਗਲੀਆਂ 100 ਤੋਂ 300 ਯੂਨਿਟਾਂ ਉਹਨਾਂ ਨੇ 4 ਰੁਪਏ ਯੂਨਿਟ ਕੀਤੀ ਸੀ ਜੀ। ਤੇ 300 ਤੋਂ ਉੱਪਰ ਜਦੋਂ ਯੂਨਿਟ ਜਾਂਦੀ ਸੀ 2 ਕਿਲੋਵਾਟ ਵਾਲੀ, ਤਾਂ ਉਹਦਾ ਕੋਈ 5 ਰੁਪਏ 70 ਪੈਸੇ ਸਮਥਿੰਗ ਏਦਾਂ ਦਾ ਟੈਰਿਫ ਸੀਗਾ। ਉਹ ਟੈਰਿਫ ਉਵੇਂ ਹੀ ਹੋਊਗਾ, ਮਤਲਬ 1 ਰੁਪਏ 19 ਪੈਸੇ, ਜਾਂ ਇੱਕ ਜਿਹੜੇ 2 ਕਿਲੋਵਾਟ ਤੋਂ 7 ਕਿਲੋਵਾਟ ਤੱਕ ਦੇ ਲੋਡ ਵਾਲੇ ਸੀ ਉਹਨਾਂ ਨੂੰ 1 ਰੁਪਏ 49 ਪੈਸੇ ਦੇਣੇ ਪੈਂਦੇ ਸੀ ਪਹਿਲੀਆਂ 100 ਯੂਨਿਟਾਂ ਦੇ। 100 ਤੋਂ 300 ਦੇ ਦੇਣੇ ਪੈਂਦੇ ਸੀ ਉਹਨਾਂ ਨੂੰ 4 ਰੁਪਏ ਦੇਣੇ ਪੈਂਦੇ ਸੀ। ਉਹ ਟੈਰਿਫ ਉਵੇਂ ਜਿਵੇਂ ਹੀ ਹੈਗਾ, ਉਹਦੇ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ, ਬਲਕਿ 300 ਯੂਨਿਟਾਂ ਜਿਹੜੀਆਂ ਫ੍ਰੀ ਹੋ ਗਈਆਂ, ਉਦੋਂ ਅਲੱਗਾ ਹੋ ਗਈਆਂ, ਮਤਲਬ ਉਹ ਟੈਰਿਫ ਜਿਉਂ ਦਾ ਤਿਉਂ ਆਗਾ ਜੀ। ਅੱਛਾ, ਜਿਹੜਾ ਸਵਾਲ ਕਈ ਵਾਰੀ ਉੱਠਦਾ ਹੈ ਕਿ ਸਰਕਾਰ ਤੋਂ ਬਿਜਲੀ ਸਸਤੀ ਮੰਗੀ ਕਿੰਨੇ ਸੀ? ਲੋਕ ਤਾਂ ਕਹਿੰਦੇ ਸੀ, ਉਹ ਮਾਫ ਕਰਨਾ, ਕਿ ਸਰਕਾਰ ਤੋਂ ਮੁਫਤ ਬਿਜਲੀ ਕਿੰਨੇ ਮੰਗੀ ਸੀ? ਲੋਕ ਤਾਂ ਕਹਿੰਦੇ ਸੀ ਕਿ ਸਸਤੀ ਬਿਜਲੀ ਦੇ ਦਿਓ, ਪਰ ਇੱਥੇ ਸਸਤੀ ਵੀ ਮਿਲ ਰਹੀ ਹੈ ਤੇ ਮੁਫਤ ਵੀ ਮਿਲ ਰਹੀ ਹੈ। ਬਿਲਕੁਲ ਸੁਖਵਿੰਦਰ ਜੀ, ਦੇਖੋ ਤੁਹਾਨੂੰ ਵੀ ਪਤਾ, ਆਪਾਂ ਸਾਰੇ ਹੀ ਜਾਣਦੇ ਕਿ ਪੰਜਾਬ ਦੇ ਕਿਸੇ ਵੀ ਵਸਿੰਦੇ ਨੇ ਇਹ ਨਹੀਂ ਕਿਹਾ ਸੀ ਕਿ ਸਾਨੂੰ ਮੁਫਤ ਬਿਜਲੀ ਦੇਵੋ। ਰੇਟ ਤੇ ਜ਼ਰੂਰ ਰੌਲਾ ਪੈ ਰਿਹਾ ਸੀ ਕਿ ਰੇਟ ਹਾਈ ਨੇ ਜੀ, ਰੇਟ ਘਟਾਇਆ ਜਾਵੇ। ਰੇਟ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ, ਉਹ ਰੇਟ ਘਟਾ ਹੀ ਦਿੱਤੇ ਗਏ ਸਨ। ਦੇਖੋ ਸਬਸਿਡੀ ਹੈ ਨਾ ਜਿਹੜੀ, ਜਿੱਥੋਂ ਤੱਕ ਹੈਗਾ ਕਿ ਠੀਕ ਆ, ਆਪਣਾ ਡੈਮੋਕ੍ਰੇਸੀ ਆ, ਕਲਿਆਣਕਾਰੀ ਰਾਜ ਹੈਗਾ ਇਹ, ਹੈ ਨਾ। ਜਿੰਨਾ ਲੋਕ ਡਿਜ਼ਰਵ ਕਰਦੇ ਨੇਗੇ, ਜਿਵੇਂ ਕੋਈ ਦਿਹਾੜੀਦਾਰ ਤਬਕਾ ਜੀ, ਬਹੁਤ ਥੱਲੇ ਵਾਲਾ ਤਬਕਾ, ਉਹਨਾਂ ਨੂੰ ਬਿਲਕੁਲ ਮੁਫਤ ਦੇ ਦਿਓ, ਕੋਈ ਮਤਲਬ ਨਹੀਂ ਜੀ, ਹੈ ਜੀ। ਹੁਣ ਦੇਖੋ, ਹੁਣ ਤਾਂ ਇਹ ਹੋ ਗਿਆ ਸਿਸਟਮ ਕਿ ਜਿਹਦੇ ਘਰੇ 90 ਕਰੋੜ ਰੁਪਇਆ ਘੰਟੇ ਦਾ ਡਿੱਗਦਾ, ਉਹਦੀਆਂ ਵੀ ਮਾਫ ਹੋ ਗਈਆਂ, ਫਰਜ਼ ਕਰੋ। ਜਿਹਦਾ 90 ਰੁਪਏ ਦਿਹਾੜੀ ਕਰਨੀ ਉਹਨੂੰ ਮਿਲਣੀ ਆ, ਪਤਾ ਨਹੀਂ ਨਾ 90 ਦਾ ਦਿਨ ਚ ਆਉਣੀ ਆ ਆਮਦਨ, ਨਾ ਉਹਦੀਆਂ ਵੀ ਮਾਫ ਹੋ ਗਈਆਂ, ਹੈ ਜੀ। ਤੇ ਇਸ ਕਰਕੇ ਇਹ ਫਰਕ ਜ਼ਰੂਰ ਰੱਖਿਆ ਜਾਣਾ ਚਾਹੀਦਾ ਸੀ ਕਿ ਜਿਹੜਾ ਤਬਕੇ ਦੀ ਆਮਦਨ ਬਹੁਤ ਜ਼ਿਆਦਾ ਘੱਟ ਆ, ਮਤਲਬ ਉਹਨਾਂ ਨੂੰ ਬਿਲਕੁਲ ਮਾਫ ਕਰ ਦਿਓ, ਬਾਕੀਆਂ ਨੂੰ ਟੈਰਿਫ ਲਾ ਦਿਓ। ਥੋੜਾ ਬਹੁਤਾ ਟੈਰਿਫ ਤਾਂ ਲੱਗਣਾ ਚਾਹੀਦਾ ਕਿ ਫਰਜ਼ ਕਰੋ ਪਹਿਲੇ 2 ਕਿਲੋਵਾਟ ਵਾਲੇ ਨੂੰ ਜੀ ਤੁਸੀਂ 2 ਰੁਪਏ ਕਰ ਦਿਓ, 7 ਕਿਲੋਵਾਟ ਵਾਲੇ ਨੂੰ 4 ਕਰ ਦਿਓ, ਉਦੋਂ ਉੱਪਰ ਵਾਲੇ ਨੂੰ, ਕਿਉਂਕਿ ਜਿਵੇਂ ਲੋਡ ਵੱਧਦਾ ਉਸ ਤਰ੍ਹਾਂ ਉਹਦੀ ਜਿਹੜੀ ਤੁਹਾਡੀ ਕੰਡੀਸ਼ਨ ਆ ਇਕਨੋਮਿਕ, ਉਹ ਵੀ ਚੰਗੀ ਹੁੰਦੀ ਹੈ ਨਾ ਜੀ।
ਕੋਈ ਜ਼ਿਆਦਾ ਲੋਡ ਜ਼ਿਆਦਾ ਪੈਸੇ ਵਾਲਾ ਹੀ ਰੱਖਦਾ ਗਾ। ਤੇ ਰੈਸ਼ਨਲਾਈਜ਼ ਕਰਨ ਦੀ ਜ਼ਰੂਰਤ ਸੀ। ਗਰੀਬ ਤਬਕੇ ਨੂੰ ਜ਼ਰੂਰ ਜਿਹੜੀਆਂ ਇੰਨੀਆਂ ਗਰੀਬ ਤਬਕੇ ਨੂੰ ਭਾਵੇਂ ਕੰਡੀਸ਼ਨ ਚ ਨਾ ਲਾਉਂਦੇ ਕਿ ਕੋਈ ਗੱਲ ਨਹੀਂ, ਮਤਲਬ ਕੋਈ ਕ੍ਰਾਈਟੇਰੀਆ ਫਿਕਸ ਕਰ ਲੈਂਦੇ ਕਿ ਕਿਹਨਾਂ ਨੂੰ ਦੇਣੀ ਹੈਗੀ। ਸੋ ਇਹ ਕੋਈ ਮਤਲਬ ਕਿ ਵਧੀਆ ਫੈਸਲਾ ਨਹੀਂ ਹੈਗਾ। ਮੈਨੂੰ ਤਾਂ ਲੱਗਦਾ ਕਿ ਜਿਵੇਂ ਤੁਸੀਂ ਕਹਿ ਰਹੇ ਸੀ ਪਹਿਲਾਂ, ਕੇਜਰੀਵਾਲ ਸਾਹਿਬ ਦੂਜੇ ਪਾਸੇ ਕਹਿੰਦੇ ਫਿਰਦੇ ਨੇ, ਤੇ ਇਹ ਤਾਂ ਪੰਜਾਬ ਨੂੰ ਮੇਰੇ ਹਿਸਾਬ ਨਾਲ ਇੱਕ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਦੂਜੀ ਸਟੇਟਸ ਨੂੰ ਦੱਸਣ ਵਾਸਤੇ ਕਿ ਦੇਖੋ ਜੀ ਜ਼ੀਰੋ ਬਿੱਲ ਆ ਉੱਥੇ। ਸਾਡੇ ਬਿੱਲ ਚੱਕ ਕੇ ਲੈ ਕੇ ਜਾਣਗੇ ਜੇ ਜਦੋਂ ਉੱਥੇ ਨਾ ਇਲੈਕਸ਼ਨਾਂ ਹੋਈਆਂ ਤਾਂ ਸਾਡੇ ਬਿੱਲ ਲੈ ਕੇ ਜਾਣਗੇ, ਬਕਾਇਦਾ ਸਾਡਾ ਜ਼ੀਰੋ ਬਿੱਲ ਆਊਗਾ ਜੀ। ਇਹ ਭੁਲੇਖਾ ਹੁਣ ਛੱਡ ਦਿਓ, ਨਵੰਬਰ ਤੁਹਾਨੂੰ ਅਗਸਤ ਸਤੰਬਰ ਦੇ ਵਿੱਚ ਪਤਾ ਲੱਗ ਜੂਗਾ ਕਿ ਜ਼ੀਰੋ ਬਿੱਲ ਆ ਗਿਆ ਜੀ। ਤੇ ਜ਼ੀਰੋ ਬਿੱਲ ਫਿਰ ਉੱਥੇ ਅਖਬਾਰਾਂ 'ਚ ਛਾਪਣਗੇ ਕਿ ਆਹ ਦੇਖੋ ਜੀ ਪੰਜਾਬ ਦਾ ਜ਼ੀਰੋ ਬਿੱਲ ਆ, ਸਾਨੂੰ ਵੋਟ ਪਾਓ ਜੀ। ਮਤਲਬ ਪੰਜਾਬ ਨੂੰ ਇੱਕ ਸੈਂਪਲ ਜਾਂ ਕਹਿ ਲਓ ਐਕਸਪੈਰੀਮੈਂਟ ਤੌਰ ਤੇ ਵਰਤਿਆ ਜਾ ਰਿਹਾ। ਅਸੀਂ ਤਾਂ ਪਹਿਲਾਂ ਹੀ ਸਾਰੇ ਜਿਹੜੇ ਸਟੇਟਸ ਨੇ ਉਹਨਾਂ ਨਾਲੋਂ ਜ਼ਿਆਦਾ ਤੁਹਾਨੂੰ ਦੱਸਿਆ 4000 ਕਰੋੜ ਰੁਪਏ ਦੀ ਘਰੇਲੂ ਖੇਤਰ ਨੂੰ ਸਬਸਿਡੀ ਦੇ ਰਹੇ ਸੀ। 2500 ਕਰੋੜ ਰੁਪਏ ਦੀ ਸਬਸਿਡੀ ਅਸੀਂ ਉਦਯੋਗਾਂ ਨੂੰ ਦੇ ਰਹੇ ਸੀ। ਇੰਡੀਆ ਦੇ ਵਿੱਚ ਕੋਈ ਵੀ ਜਿਹੜੀ ਸਟੇਟ ਹੈਗੀ ਆ ਉਹ ਇਹਨਾਂ ਨੂੰ ਉਦਯੋਗ ਨੂੰ ਬਿਜਲੀ ਦੀ ਸਬਸਿਡੀ ਬਿਲਕੁਲ ਨਹੀਂ ਦੇ ਰਹੀ। 2500 ਕਰੋੜ ਰੁਪਇਆ ਉਹ ਦੇ ਰਿਹਾ ਕਿ ਸਬਸਿਡੀ ਜਿੱਥੋਂ ਤੱਕ ਸੰਬੰਧ ਸੀ ਨਾ ਉਹ ਆਪਾਂ ਤਾਂ ਪੰਜਾਬ ਤਾਂ ਪਹਿਲਾਂ ਹੀ ਬਹੁਤ ਦੇ ਰਿਹਾ ਸੀਗਾ। ਚਾਹੀਦਾ ਇਹ ਸੀ ਕਿ ਮਤਲਬ ਰੇਟ ਥੋੜੇ ਜਿਹੇ ਜੈਨੂਅਨ ਕਰ ਦਿੰਦੇ, ਔਰ ਜਿਹੜੇ ਲੂਪ ਹੋਲ ਸੀਗੇ ਜਿਵੇਂ ਹੁਣ ਚੋਰੀ ਵਾਲੇ ਪਾਸੇ ਸਰਕਾਰ ਜਾ ਹੀ ਨਹੀਂ ਰਹੀ, ਚੋਰੀ ਕੀਤੀ ਫੜੀ ਨਹੀਂ ਜਾ ਰਹੀ ਹੈ ਜੀ। ਤੇ ਇਸੇ ਤਰ੍ਹਾਂ ਹੋਰ ਜਿਹੜੇ ਇੰਪਰੂਵਮੈਂਟ ਦੇ ਕੰਮ ਸੀਗੇ, ਉਧਰ ਰਿਕਰੂਟਮੈਂਟ ਦੀ ਲੋੜ ਆ ਜੀ ਬਿਜਲੀ ਬੋਰਡ ਦੇ ਵਿੱਚ। ਪਹਿਲਾਂ ਕਿਸੇ ਵੇਲੇ ਮਤਲਬ 1000 ਕਨੈਕਸ਼ਨ ਪਿੱਛੇ 16 ਬੰਦੇ ਹੁੰਦੇ ਸੀਗੇ, ਹੁਣ 1000 ਪਿੱਛੇ 2-3 ਬੰਦੇ ਹੀ ਕੰਮ ਕਰਦੇ ਹੈਗੇ। ਵਰਕਲੋਡ ਬਹੁਤ ਵਧਿਆ ਹੋਇਆ, ਉਹ ਲੋਕਾਂ ਨੂੰ ਉਹਨੇ ਨਹੀਂ ਮਿਲ ਰਹੀ। ਮਤਲਬ ਕਿ ਜਦੋਂ ਕੋਈ ਫਾਲਟ ਪੈਂਦਾ ਦੇਰੀ ਹੁੰਦੀ ਆ। ਤੇ ਜਿਵੇਂ ਕਿ ਸਮਾਰਟ ਮੀਟਰ ਸੀ ਉਧਰਲੇ ਪਾਸੇ ਗਵਰਨਮੈਂਟ ਨੇ, ਮੈਂ ਜਿਵੇਂ ਪਹਿਲਾਂ ਵੀ ਕੰਡੀਸ਼ਨਾਂ ਕਿਹਾ ਕਿ ਕੁਝ ਕੰਡੀਸ਼ਨਾਂ ਲਾਉਂਦੇ ਕਿ ਸਮਾਰਟ ਮੀਟਰ ਜਿਹੜੇ ਲਵਾਉਣਗੇ ਲੋਕ ਉਹਨਾਂ ਦੀ ਜਾਰੀ ਰੱਖੀ ਜਾਊ, ਕਿਉਂਕਿ ਅੱਜ ਕੱਲ੍ਹ ਦੇ ਜ਼ਮਾਨੇ 'ਚ ਬਹੁਤ ਜ਼ਰੂਰੀ ਹੈ ਸਮਾਰਟ ਮੀਟਰ ਤੇ। ਸ਼ਾਇਦ ਆਪਾਂ ਵੀ ਕਦੇ ਗੱਲ ਕੀਤੀ ਸੀਗੀ ਕਿਸੇ ਵੇਲੇ। ਤੇ ਉਹ ਮਤਲਬ ਡਾਟਾ ਜਿਹੜਾ ਅੱਜ ਕੱਲ੍ਹ ਜੋ ਸਿਸਟਮ ਬਣ ਰਿਹਾ, ਡਾਟਾ ਕਲੈਕਸ਼ਨ ਬਹੁਤ ਜ਼ਰੂਰੀ ਆ ਕਿ ਕਿਹੜਾ ਤਬਕਾ ਵਰਤ ਰਿਹਾ, ਕਿੰਨਾ ਮੈਕਸੀਮਮ ਲੋਡ ਜਾ ਰਿਹਾ। ਉਹ ਸਾਰੇ ਡਾਟੇ ਨੂੰ ਮੰਨ ਕੇ ਹੀ ਫਿਰ ਜਿਹੜੀ ਡਿਮਾਂਡ ਸਾਈਡ ਦੀ ਮੈਨੇਜਮੈਂਟ ਆ ਨਾ ਫੇਰ ਹੀ ਹੁੰਦੀ ਆ। ਸੋ ਸਰਕਾਰ ਨੂੰ ਸਬਸਿਡੀ ਪਹਿਲਾਂ ਬਹੁਤ ਸੀਗੀ ਜਿੰਨੀ ਕੁ ਹੋਰ ਦੇਣੀ ਚਾਹੁੰਦੀ ਸੀ ਸਰਕਾਰ ਦੇਣ ਦੀ, ਤੇ ਮੈਨੂੰ ਨਹੀਂ ਲੱਗਦਾ ਵੀ ਸਰਕਾਰ ਇਹਦੇ ਨਾਲ ਮਤਲਬ ਕਿ ਖਜ਼ਾਨੇ ਤੇ ਜ਼ਿਆਦਾ ਬੋਝ ਪਊਗਾ। ਔਰ ਇਹਦੇ ਨਾਲ ਬਿਜਲੀ ਬੋਰਡ ਦਾ ਵੀ ਨੁਕਸਾਨ ਹੋ ਰਿਹਾ ਕਿਉਂਕਿ ਉਹਨਾਂ ਨੂੰ ਕਰਜ਼ੇ ਲੈ ਕੇ ਆਪਣਾ ਸਿਸਟਮ ਚਲਾਉਣਾ ਪੈ ਰਿਹਾ। ਨੰਬਰ 2, ਜਿਹੜਾ ਵਿਆਜ ਆ ਇਹ ਪੂਰਾ ਹੀ ਨਹੀਂ ਕਰ ਸਕਦੇ ਸਬਸਿਡੀ ਹਰੇਕ ਸਾਲ। ਮਤਲਬ ਕਿ ਪੈਂਡਿੰਗ, ਜਿਵੇਂ ਇਸ ਸਾਲ ਤਕਰੀਬਨ 8000 ਕਰੋੜ ਰੁਪਏ ਦੀ ਸਬਸਿਡੀ ਨਹੀਂ ਅਦਾ ਕੀਤੀ ਗਈ ਸੀ ਗਵਰਨਮੈਂਟ ਵੱਲੋਂ, ਤੇ ਉਹਦਾ ਉਹਨਾਂ ਨੂੰ ਵਿਆਜ ਹੀ 9% ਦੇ ਹਿਸਾਬ ਨਾਲ ਪੈ ਜਾਂਦਾ। ਉਧਰੋਂ ਇੱਕ ਤਾਂ ਵਿਆਜ ਪਾਸੋਂ ਮਾਰ ਖਾ ਰਹੀ ਹੈ, ਦੂਜੇ ਪਾਸੇ ਸੈਂਟਰ ਗਵਰਨਮੈਂਟ ਆ ਜਿਹੜੀ ਉਹ ਕੁਝ ਗ੍ਰਾਂਟਸ ਦੇਣਾ ਚਾਹੁੰਦੀ ਹੁੰਦੀ ਆ ਸਟੇਟਸ ਨੂੰ, ਤੇ ਉਹ ਗ੍ਰਾਂਟਸ ਦੇ ਵਿੱਚ ਇਹ ਕਹਿੰਦੀ ਆ ਕਿ ਤੁਸੀਂ ਆਹ ਕੰਡੀਸ਼ਨ ਜਿੰਨੀਆਂ ਪੂਰੀਆਂ ਕਰੋ ਜੀ। ਜਿਵੇਂ ਸਬਸਿਡੀ ਐਡਵਾਂਸ ਦਿਓ, ਇੰਡੀਅਨ ਇਲੈਕਟ੍ਰਿਸਿਟੀ ਐਕਟ ਆ ਜਿਹੜਾ ਆਪਣਾ 2003, ਉਹਦੇ ਮੁਤਾਬਕ ਹਰੇਕ ਸਟੇਟ ਨੇ ਜੇ ਕੋਈ ਸਬਸਿਡੀ ਦੇਣੀ ਆ ਤਾਂ ਉਹ PSPCL ਨੂੰ ਜਾਂ ਸਟੇਟ ਦੀ ਜਿਹੜੀ ਡਿਸਟ੍ਰੀਬਿਊਸ਼ਨ ਕੰਪਨੀ ਨੂੰ ਐਡਵਾਂਸ ਦੇਣੀ ਹੁੰਦੀ ਆ। ਇਹ ਕਦੇ ਵੀ ਪਿਛਲੇ 10 ਸਾਲਾਂ ਤੋਂ ਐਡਵਾਂਸ ਨਹੀਂ ਦੇ ਸਕੇ ਹੈਗੇ, ਜਿਹਦੇ ਕਰਕੇ ਸਾਡੀਆਂ ਬਹੁਤ ਸਾਰੀਆਂ ਗ੍ਰਾਂਟਸ ਤੋਂ ਹੱਥ ਧੋਣਾ ਪੈਂਦਾ। ਹੁਣ ਪਿੱਛੇ ਜੇ ਇੱਕ ਗ੍ਰਾਂਟਸ ਗਵਰਨਮੈਂਟ ਦੇ ਰਹੀ ਆ 25 ਸਾਲਾਂ ਦੇ ਵਿੱਚ, ਉਹਨਾਂ ਨੇ ਕੋਈ 20-25 ਕਰੋੜ ਰੁਪਇਆ ਦੇਣਾ। ਇਸ ਸਾਲ 5 ਸਾਲਾਂ ਚ ਉਹਨਾਂ ਨੇ 5000 ਕਰੋੜ ਰੁਪਇਆ ਦੇਣਾ ਸੀ। ਉਹ ਫਾਈਲ ਕਲੀਅਰ ਨਹੀਂ ਹੋ ਰਹੀ ਸਰਕਾਰ ਕੋਲੋਂ ਕਿਉਂਕਿ ਇਹ ਕੰਡੀਸ਼ਨਾਂ ਪੂਰੀਆਂ ਨਹੀਂ ਕਰ ਰਹੇ, ਸਬਸਿਡੀ ਬਕਾਇਆ ਪਈ ਹੈਗੀ। ਸੋ ਇਹਦੇ ਨੁਕਸਾਨ ਸਾਨੂੰ ਜ਼ਿਆਦਾ ਹੋ ਰਹੇ ਆ, ਫਾਇਦਾ ਘੱਟ ਹੋ ਰਿਹਾ ਹੈਗਾ। ਜਿਹੜੇ ਲੋਕਾਂ ਨੂੰ ਫਾਇਦਾ ਹੋਣਾ ਚਾਹੀਦਾ ਸੀਗਾ ਤੇ ਉਹਨਾਂ ਨੂੰ ਚਾਹੀਦਾ ਸੀ, ਜਿਹੜੇ ਨੂੰ ਨਜਾਇਜ਼ ਫਾਇਦਾ ਵੀ ਬਹੁਤ ਲੋਕ ਬਲਕਿ ਹੈਰਾਨ ਹੋ ਰਿਹਾ। ਕਈ ਸਵਾਲ ਪੁੱਛ ਰਿਹਾ ਕਿ ਮੇਰੀ ਜੀ ਪੈਨਸ਼ਨ 50000 ਆ, ਮੈਨੂੰ ਮਤਲਬ ਹੋਊਗੀ ਮਾਫ? ਤੇ ਮੈਂ ਕਹਿੰਦਾ ਹੋਊਗੀ ਜੀ, ਚਾਹੇ ਤੁਹਾਡੀ ਲੱਖ ਰੁਪਇਆ ਪੈਨਸ਼ਨ ਹੈਗੀ ਆ ਹੋਊਗੀ। 300 ਤੋਂ ਵੱਧ ਨਾ ਫੂਕਿਓ, 600 ਤੋਂ ਵੱਧ ਨਾ ਫੂਕਿਓ, ਬਸ ਇੰਨੀ ਕੀ ਗੱਲ ਦਾ ਖਿਆਲ ਰੱਖਿਓ। ਇਹ ਹੈਗਾ ਜੀ ਸਿਰ। ਬਿਲਕੁਲ, ਜੇ ਆਪਾਂ ਮੰਨ ਲਈਏ ਕਿ ਜਿਹੜੇ ਪੰਜਾਬੀ ਉਹ ਆਪ ਹੀ ਪੰਜਾਬ ਨੂੰ ਇਸ ਬਰਬਾਦੀ ਦੇ ਕੰਢੇ ਤੇ ਲਿਆ ਕੇ ਖੜਾ ਕਰ ਦੇਣਗੇ। ਜਿਹੜੇ ਹਿਸਾਬ ਨਾਲ ਸਰਕਾਰਾਂ ਤੋਂ ਭਾਵੇਂ ਨਹੀਂ ਮੰਗਿਆ ਪਰ ਫਿਰ ਵੀ ਲੋਕ ਕਹਿੰਦੇ ਨੇ ਕਿ ਆਉਣ ਦਿਓ, ਜਿੰਨਾ ਕੁ ਸਰਕਾਰ ਵੱਲੋਂ ਆਉਂਦਾ ਉਹਨਾਂ ਕੁ ਆਉਣ ਦਿਓ ਤੁਸੀਂ, ਤੇ ਆਪਾਂ ਉਹਦੇ ਨਾਲ ਜਿਹੜਾ ਕੋਈ ਮਾੜੀ ਮੋਟੀ ਤਾਂ ਰਿਆਇਤ ਮਿਲੂਗੀ, ਰਾਹਤ ਮਿਲੂਗੀ। ਮੈਂ ਜਿਵੇਂ ਤੁਸੀਂ ਭੁੱਲਰ ਸਾਹਿਬ ਰਿਪੋਰਟ ਪੜ੍ਹੀ ਹੋਣੀ, ਪੰਜਾਬੀ ਟ੍ਰਿਬਿਊਨ 'ਚ ਛਪੀ ਸੀ, ਜਿਹੜੇ ਸੀਨੀਅਰ ਪੱਤਰਕਾਰ ਚਰਨਜੀਤ ਸਿੰਘ ਭੁੱਲਰ ਹੋਰਾਂ ਦੀ, ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀਗਾ ਕਿ ਪਿਛਲੇ 25 ਸਾਲਾਂ 'ਚ 1 ਲੱਖ ਕਰੋੜ ਰੁਪਏ ਦੀ ਜਿਹੜੀ ਸਬਸਿਡੀ ਹੈ ਉਹ ਕਿਸਾਨਾਂ ਨੂੰ ਦੇਤੀ, ਤੇ ਨਾ ਉਹਦੇ ਨਾਲ ਕਿਸਾਨਾਂ ਦਾ ਭਲਾ ਹੋਇਆ,
ਨਾ ਪੰਜਾਬ ਦਾ ਕੋਈ ਫਾਇਦਾ ਹੋਇਆ, ਨਾ ਬਿਜਲੀ ਬੋਰਡ ਦਾ ਫਾਇਦਾ ਹੋਇਆ। ਬਸ ਇਹ ਹੈ ਕਿ ਉਹ ਵੱਟੇ ਖਾਤੇ ਵਾਲਾ ਕੰਮ ਹੋਇਆ ਪਿਆ। ਬਿਲਕੁਲ ਸਰ, ਉਹਦੇ ਨਾਲ ਫਾਇਦਾ ਤਾਂ ਕੀ ਹੋਣਾ, ਨੁਕਸਾਨ ਹੀ ਹੋਣਾ, ਕਿਉਂਕਿ ਹਰੇਕ ਸਾਲ ਬਿਲਕੁਲ 1 ਲੱਖ ਕਰੋੜ ਰੁਪਏ, ਮੈਂ ਦੇਖੀ ਹੈ ਰਿਪੋਰਟ, ਇਸ ਸਾਲ ਵੀ ਜਿਵੇਂ 17,000 ਕਰੋੜ ਰੁਪਏ, ਏਦਾਂ ਜਦੋਂ ਤੁਸੀਂ ਜੋੜੋਗੇ ਤਾਂ 1 ਲੱਖ ਕਰੋੜ ਰੁਪਇਆ ਬਣ ਜੂ। ਉਹਦੇ ਨਾਲ ਸਾਡੀ ਪਾਣੀ ਦਾ ਦੇਖੋ ਜੀ ਕਿੰਨਾ ਨੁਕਸਾਨ ਹੋ ਰਿਹਾ। ਜੇ ਸਾਡੇ ਕੋਲੇ ਥੋੜੀ ਜਿਹੀ ਕਿਫਾਇਤ ਨਾਲ ਨਹੀਂ ਵਰਤਦੇ ਅਸੀਂ, ਜਦੋਂ ਮੋਟਰ ਬਿਜਲੀ ਆਉਂਦੀ ਆ ਤਾਂ ਅਸੀਂ ਆਮ ਤੌਰ ਤੇ ਕਿਸਾਨ ਕਹਿੰਦਾ ਕਿ ਮੁਫਤੀ ਆ, ਛੱਡੀ ਰੱਖੋ ਜੀ, ਧਰਤੀ ਠੰਡੀ ਕਰਦੇ ਆ ਜੀ। ਸਾਡਾ ਥੱਲੋਂ ਇਹ ਖਣਿਜ ਆ ਜਿਹੜਾ ਪਾਣੀ ਆ ਜੀ, ਉਹ ਮਤਲਬ ਖਤਮ ਹੋ ਰਿਹਾ। ਤੇ ਇਸੇ ਕਰਕੇ ਅਸੀਂ ਝੋਨੇ ਦੇ ਚੱਕਰ ਚੋਂ ਵੀ, ਚਲੋ ਇਹ ਵੱਡੀਆਂ ਦੂਰ ਦੀਆਂ ਹੋਰ ਗੱਲਾਂ ਨਹੀਂ ਆ, ਆਪਾਂ ਡਿਵਰਸੀਫਿਕੇਸ਼ਨ ਬਾਰੇ ਨਹੀਂ, ਆਪਾਂ ਚਲੋ ਇਹ ਵਿਸ਼ਾ ਨਹੀਂ ਹੈ ਤੇ ਨਾ ਹੀ ਆਪਾਂ ਇੰਨੇ ਐਕਸਪਰਟ ਹੈਗੇ ਆ, ਪਰ ਫਿਰ ਵੀ ਅਸੀਂ ਜਿਹੜਾ ਸਾਨੂੰ ਕੋਲਾ ਤਾਂ ਬਾਹਰੋਂ ਮਿਲਦਾ ਹੈਗਾ ਮੁੱਲ, ਤੇ ਥੱਲੋਂ ਅਸੀਂ ਮੁਫਤ ਬਿਜਲੀ ਹੋਣ ਕਰਕੇ 4000 ਜਿਹੜਾ ਲੀਟਰ ਆ, ਕਹਿੰਦੇ 1 ਕਿਲੋ ਚਾਵਲ ਬਣਾਉਣ ਤੇ ਪਾਣੀ ਲੱਗ ਰਿਹਾ, ਤੇ ਉਹ ਅਸੀਂ ਬਾਹਰ ਭੇਜੀ ਜਾ ਰਹੇ ਹਾਂਗੇ। ਉਹ ਖਜ਼ਾਨਾ ਸਾਡਾ ਖਾਲੀ ਹੋ ਰਿਹਾ ਹੈਗਾ। ਕਿਸੇ ਜਨਰੇਸ਼ਨ ਨੂੰ ਤਾਂ ਭੁਗਤਣਾ ਪੈਣਾ ਨਾ। ਹੁਣ ਤਾਂ ਠੀਕ ਆ ਕਿ ਚੱਲ ਰਿਹਾ ਐਵੇਂ ਕਹੀ ਜਾਂਦੇ ਨੇ ਐਕਸਪਰਟ ਕਿ 15 ਸਾਲਾਂ ਨੂੰ ਖਤਮ ਹੋ ਜੂ, ਪਰ ਇਹ ਖਤਮ ਤਾਂ ਹੋਊਗਾ ਨਾ ਕਿਸੇ ਵੇਲੇ ਜੀ। ਦੇਖੋ ਨਾ, ਤੇ ਇਹਦਾ ਨੁਕਸਾਨ ਸਾਨੂੰ ਦੂਰਾ ਹੋ ਗਿਆ। ਇੱਕ ਤਾਂ ਅਸੀਂ ਮਤਲਬ ਕਿ ਸਾਡਾ ਜਿਹੜਾ ਖਣਿਜ ਆ, ਪਾਣੀ ਆ, ਮਤਲਬ ਹਨਾ, ਉਹ ਜਾਇਆ ਜਾ ਰਿਹਾ ਬਹੁਤ ਜ਼ਿਆਦਾ ਇਹਦੇ ਕਰਕੇ। ਤੇ ਦੂਸਰਾ ਜਿਹੜਾ ਕਰਜ਼ਾ ਵੀ ਸਮਝੋ ਤੁਸੀਂ, ਦੇਖੋ ਇੰਨੀ, ਜੇ ਇਹ ਕੈਪੀਟਲ ਕਾਸਟ ਦੇ ਉੱਤੇ ਕੋਈ ਪ੍ਰੋਜੈਕਟ ਲਾਏ ਜਾਣ, ਉਹ ਕੋਈ ਖੇਤੀ ਸੰਬੰਧੀ ਪ੍ਰੋਜੈਕਟ, ਕੋਈ ਫੂਡ ਪ੍ਰੋਸੈਸਿੰਗ ਦੇ ਲਾਏ ਜਾਣ, ਜਿਹੜਾ 1 ਲੱਖ ਕਰੋੜ ਰੁਪਇਆ ਇੱਧਰ ਬਰਬਾਦ ਹੋ ਗਿਆ, ਤਾਂ ਉਹਦੇ ਨਾਲ ਮਤਲਬ ਰੁਜ਼ਗਾਰ ਮਿਲਦਾ ਗਾ। ਮੰਡੀਕਰਨ ਦੀ ਬੜੀ ਸਮੱਸਿਆ, ਜਿਵੇਂ ਕਹਿੰਦੇ ਆ ਕਿਸਾਨਾਂ ਨੂੰ ਆ ਰਹੀ ਆ। ਜੇ ਉਸ ਤਰ੍ਹਾਂ ਦੀ ਕੋਈ ਫੈਕਟਰੀ ਜਾਂ ਮੈਨੂਫੈਕਚਰਿੰਗ ਯੂਨਿਟ ਲਾਏ ਜਾਣ ਤੇ ਔਰ ਜਾਇਜ਼ ਸਬਸਿਡੀ ਦਿੱਤੀ ਜਾਵੇ, ਤੇ ਫਿਰ ਰੇਟ ਦਾ ਕੋਈ ਨਾ ਕੋਈ ਸੁਧਾਰ ਤਾਂ ਹੋਊਗਾ ਨਾ ਜੀ। ਸੋ ਨੁਕਸਾਨ ਤਾਂ ਇਹਦੇ ਫਾਇਦੇ ਮੈਨੂੰ ਘੱਟ ਲੱਗਦਾ, ਨੁਕਸਾਨ ਜ਼ਿਆਦਾ ਲੱਗਦੇ ਹੈਗੇ ਮਤਲਬ ਜੀ। ਇੱਕ ਹੋਰ ਗੱਲ ਹੈ ਇਹਦੇ ਵਿੱਚ ਕਿ ਤੁਸੀਂ ਬਿਜਲੀ ਕਿੱਦਾਂ ਪੂਰੀ ਕਰੋਗੇ? ਅੱਗੇ ਪਿੱਛੇ ਤੁਸੀਂ ਦੇਖਿਆ ਕਿ ਜਦੋਂ ਸਰਕਾਰ ਆਈ ਸੀ ਤਾਂ ਬਲੈਕ ਆਊਟ ਵਰਗੇ ਹਾਲਾਤ ਬਣ ਗਏ। ਲੋਕਾਂ ਦੀ ਜਿਹੜਾ ਉਹ ਸਰਕਾਰ ਦੇ ਪ੍ਰਤੀ ਗੁੱਸਾ, ਰੋਸ ਰਿਹਾ ਕਿ ਸਰਕਾਰ ਤਾਂ ਕਹਿੰਦੀ ਸੀ ਕਿ ਅਸੀਂ 24 ਘੰਟੇ ਬਿਜਲੀ ਦਿਆਂਗੇ। ਅੱਜ ਵੀ ਮਾੜੇ ਮੋਟੇ ਕਿਤੇ ਨਾ ਕਿਤੇ ਕੱਟ ਲੱਗ ਜਾਂਦੇ ਨੇ ਜਾਂ ਬਿਜਲੀ ਘੱਟ ਵੱਧ ਹੋ ਜਾਂਦੀ ਹੈ। ਉਹ ਸਮੱਸਿਆ ਦਾ ਹੱਲ ਕਿੱਦਾਂ ਕੱਢਣਗੇ ਫਿਰ ਇਹ? ਨਹੀਂ, ਦੇਖੋ ਜੀ, ਇੱਕ ਤਾਂ ਆਪਾਂ ਨੂੰ ਬਿਲਕੁਲ ਸੱਚਾਈ ਮੰਨਣੀ ਪੈਣੀ ਆ ਸੁਖਵਿੰਦਰ ਜੀ। ਕੱਟ ਵਗੈਰਾ ਇਸ ਵਾਰੀ, ਇਸ ਸੀਜ਼ਨ ਦੇ ਵਿੱਚ ਮੈਨੂੰ ਖਰਚਾ ਸੀ ਕਿ ਕੱਟ ਲੱਗਣਗੇ, ਬਿਜਲੀ ਹੋ ਸਕਦਾ ਸਮੱਸਿਆ ਨਾਲ ਸਾਨੂੰ ਜੂਝਣਾ ਪੈਂਦਾ, ਪਰ ਮੈਂ ਰੋਜ਼ ਸਾਡੇ ਇੱਥੇ ਕਿਸਾਨਾਂ ਤੋਂ ਸੁਣਦਾ ਕਿ ਇੰਨੀ ਬਿਜਲੀ ਕਦੇ ਆਈ ਨਹੀਂ ਜੀ, ਰੋਜ਼ ਜੀ, ਕਿ ਇੰਨੀ, ਇਹ 2 ਦਿਨ ਚੱਲਦੀ ਰਹਿੰਦੀ ਹੈ ਜੀ, 3 ਦਿਨ ਚੱਲਦੀ ਰਹਿੰਦੀ ਆ, ਬਹੁਤ ਹੋ ਗਿਆ ਜੀ। ਮਤਲਬ ਬਿਜਲੀ ਆ ਕਿੱਥੋਂ ਰਹੀ ਹੈ? ਮਤਲਬ ਲੋਕ ਇਹ ਸਵਾਲ ਕਰ ਰਹੇ ਨੇ ਜੀ। ਉਹ ਠੀਕ ਆ ਕਿ ਫਾਲਟ ਕਰਕੇ ਕਿਸੇ ਦਾ ਕੋਈ ਹੋ ਗਿਆ, ਜਿਵੇਂ ਮੇਰੀ ਕਲੋਨੀ ਚ ਤੇ ਫਾਲਟ ਪੈ ਗਿਆ ਸੀ, 12 ਘੰਟੇ ਲਾਈਟ ਨਹੀਂ ਆਈ। ਹੁਣ ਉਹਨੂੰ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਲਾਈਟ ਦੀ ਕਮੀ ਆ। ਦੇਖੋ, ਇਸ ਸੀਜ਼ਨ ਦੇ ਵਿੱਚ 8500 ਮੈਗਾਵਾਟ ਬਿਜਲੀ ਸਾਡੀ ਬਾਹਰੋਂ ਆਈ ਆ। ਸਾਰੀ ਸਟੇਟ ਦੇ ਜਿਹੜੇ ਪਲਾਂਟ ਸੀਗੇ, ਉਹਨਾਂ ਦਾ ਡਰ ਸੀ ਕਿ ਕੋਲੇ ਕਰਕੇ ਨਹੀਂ ਚੱਲਣਗੇ, ਉਹ ਵੀ ਚੱਲੇ ਨੇਗੇ। ਤੇ ਹਾਂ, ਮੌਨਸੂਨ ਨੇ ਵੀ ਸਾਡਾ ਪੰਜਾਬ ਦਾ ਸਾਥ ਦਿੱਤਾ। ਪੈਡੀ ਪਲਾਂਟੇਸ਼ਨ ਵੇਲੇ ਮੌਨਸੂਨ ਠੀਕ ਟਾਈਮ ਤੇ ਆ ਗਿਆ ਔਰ ਪੈਡੀ ਵਧੀਆ ਲੱਗ ਗਈ ਲੋਕਾਂ ਦੀ। ਤੇ ਇਸ ਕਰਕੇ ਬਿਜਲੀ ਦਾ ਹਾਲੇ ਤੱਕ ਦੇਖੋ ਜੀ ਕੋਈ ਏਦਾਂ ਦੀ ਗੱਲ ਨਹੀਂ ਹੈਗੀ। ਜੇ ਇਹਨੂੰ ਮੈਨੇਜਮੈਂਟ ਵਧੀਆ ਕੀਤੀ ਜਾਵੇ ਬਿਜਲੀ ਦੀ, ਤਾਂ ਕਦੇ ਮੈਨੂੰ ਨਹੀਂ ਲੱਗਦਾ ਪੰਜਾਬ ਨੂੰ ਬਿਜਲੀ ਦੀ ਉਹ ਪੈਣੀ ਆ। ਜੇ ਕੋਈ ਆਪਣੇ ਪੁਰਾਣੇ ਥਰਮਲ ਉਹਨਾਂ ਦਾ ਬਦਲ ਲੱਭਿਆ ਜਾ ਸਕਦਾ ਹੈਗਾ, ਔਰ ਸਾਡੀ ਟਰਾਂਸਮਿਸ਼ਨ ਕਪੈਸਿਟੀ ਹੈ ਜਿਹੜੀ ਹੁਣ ਇਸ ਵੇਲੇ 8500 ਅਸੀਂ ਮੈਗਾਵਾਟ ਟਰਾਂਸਫਰ ਕਰ ਸਕਦੇ ਹੈਗੇ, ਤੇ ਉਹ ਵਧਾਈ ਜਾਣੀ ਚਾਹੀਦੀ ਹੈ। ਜੇ ਆਉਣ ਵਾਲੇ ਸਮੇਂ 'ਚ ਉਹ 10-12 ਹਜ਼ਾਰ ਮੈਗਾਵਾਟ ਹੋ ਜਾਵੇ, ਮੈਨੂੰ ਨਹੀਂ ਲੱਗਦਾ ਸਾਡੀ GDP ਇੰਨੀ ਇਸ ਤਰ੍ਹਾਂ ਨਹੀਂ, ਕੁਦਰਤੀ ਇਹ ਮਾੜੀ ਗੱਲ ਆ ਕਿ ਅਸੀਂ ਇਸ ਤਰ੍ਹਾਂ, ਸਾਡੀ ਪ੍ਰੋਗਰੈਸ ਨਹੀਂ ਹੋ ਰਹੀ ਕਿ ਬਿਜਲੀ ਦੀ ਮੰਗ ਵੀ ਛੜੱਪੇ ਮਾਰ ਕੇ ਵਧੇ ਹੈ ਜੀ। ਤੇ ਜਿੰਨੀ ਕੁ ਸਾਡੀ ਡਿਮਾਂਡ ਵੱਧ ਰਹੀ ਆ, ਤੇ ਜੇ ਗਵਰਨਮੈਂਟ ਵਾਕਈ ਸਿਰਦ ਹੋਵੇ ਔਰ ਪ੍ਰੋਫੈਸ਼ਨਲ ਮੈਨੇਜਮੈਂਟ ਲਾ ਕੇ ਰੱਖੇ, ਤੇ ਮੈਨੂੰ ਨਹੀਂ ਲੱਗਦਾ ਸਾਨੂੰ ਬਿਜਲੀ ਦੀ ਕਮੀ ਆਊਗੀ ਇਸ ਵਾਰੀ। ਐਵੇਂ ਕਿ ਬਿਲਕੁਲ ਕੋਈ ਕਮੀ ਨਹੀਂ ਆਈ ਹੈਗੀ ਜੀ। ਕੋਈ ਲੋਕਲ ਫਾਲਟ ਪੈ ਗਈ ਤਾਂ ਉਹ ਵੱਖਰੀ ਗੱਲ ਆ। ਮੈਂ ਇਹਦੇ ਮੇਰੇ ਸਵਾਲ ਦਾ ਮੰਤਵ ਇਹ ਸੀਗਾ ਕਿ ਜੇ ਸਰਕਾਰ ਮੰਨ ਲਓ ਕਿ ਬਿਜਲੀ ਮੁਫਤ ਦੇ ਰਹੀ ਹੈ, ਸਸਤੀ ਦੇ ਰਹੀ ਹੈ, ਸਾਰਾ ਕੁਝ ਮਿਲ ਰਿਹਾ ਹੁਣ ਲੋਕਾਂ ਨੂੰ, ਜੇ ਮੰਨ ਲਓ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਜਿਹੜੀ ਆ ਉਹ ਦਿਵਾਲੀਆ ਹੋ ਜਾਂਦਾ, ਫਿਰ ਕਿੱਦਾਂ ਬਿਜਲੀ ਨੂੰ ਮੈਨੇਜ ਕਰੋਗੇ? ਕਿੱਦਾਂ ਕੋਲਾ ਖਰੀਦਿਆ ਜਾਊਗਾ? ਕਿਸ ਤਰ੍ਹਾਂ ਤੁਸੀਂ ਤਾਪ ਘਰ ਚਲਾਓਗੇ? ਇਹ ਸਾਰੇ ਸਵਾਲ ਉੱਠਦੇ ਨੇ। ਬਿਲਕੁਲ, ਇਹ ਸਵਾਲ ਬੜੇ ਗੰਭੀਰ ਨੇ ਜੀ। ਮਤਲਬ ਇਹ ਤਾਂ ਠੀਕ ਆ ਕਿ ਸਾਨੂੰ ਇਸ ਨੂੰ ਮੈਨੇਜ ਕਰਨਾ ਹੋਈਏ ਨਾ, ਕਿ ਮੈਨੇਜ ਕਰਨ ਵਾਸਤੇ ਸਾਨੂੰ ਫਾਈਨਾਂਸ ਤਾਂ ਚਾਹੀਦੇ ਨੇਗੇ।
ਉਹ ਸਾਡੇ ਕੋਲੇ, ਕਿਉਂਕਿ ਗਵਰਨਮੈਂਟ ਸਬਸਿਡੀ ਮੈਨੂੰ ਨਹੀਂ ਲੱਗਦਾ ਪਿਛਲੀ ਵਾਰੀ 8,000 ਕਰੋੜ ਰੁਪਇਆ ਬਕਾਇਆ ਛੱਡ ਕੇ ਗਈ ਪੁਰਾਣੀ ਗਵਰਨਮੈਂਟ, ਤੇ ਮੈਨੂੰ ਨਹੀਂ ਲੱਗਦਾ ਕਿ ਇਹ ਸਾਨੂੰ 8,000 ਕਰੋੜ ਰੁਪਇਆ ਇਹ ਜ਼ਿਆਦਾ ਛੱਡ ਕੇ ਜਾਣਗੇ 10,000 ਕਰੋੜ, ਕਿਉਂਕਿ ਸਬਸਿਡੀ ਦੀ ਰਕਮ ਵੱਧ ਗਈ। ਇੱਕ ਦੂਜਾ ਜਿੱਦਾਂ ਸਿਸਟਮ ਜਿਹਾ ਲੱਗਦਾ ਹੈਗਾ, ਕੋਈ ਰੈਵਨਿਊ ਦਾ ਮੈਨੂੰ ਨਹੀਂ, ਤੁਸੀਂ ਜ਼ਿਆਦਾ ਜਾਣਦੇ ਹੋ ਕਿ ਰੈਵਨਿਊ ਦਾ ਕੋਈ ਆਸ ਨਹੀਂ ਹੈ ਕਿ ਵਧੂਗਾ ਰੈਵਨਿਊ, ਹੈ ਜੀ। ਬਾਕੀ GST ਵਗੈਰਾ ਸ਼ਾਇਦ ਕਹਿੰਦਾ ਗਵਰਨਮੈਂਟ ਪਿੱਛੇ ਹੱਥ ਖਿੱਚ ਲੇ, ਸੈਂਟਰ ਗਵਰਨਮੈਂਟ, ਉਹ ਵੀ ਆਉਣੋਂ ਹਟ ਜੂਗਾ। ਤੇ ਇਸ ਕਰਕੇ ਬਿਜਲੀ ਦਾ ਤੁਹਾਡੀ ਬਿਲਕੁਲ ਸਹੀ ਗੱਲ ਹੈ ਕਿ ਇਹ ਦਿਵਾਲਾ ਤਾਂ ਜਿਸ ਤਰ੍ਹਾਂ ਦੀ ਪਾਲਿਸੀ ਚੱਲ ਰਹੀ ਹੈ ਸਰਕਾਰ ਦੀ, ਮਾਫ, ਇਹ ਦਿਵਾਲਾ ਤਾਂ ਬਿਜਲੀ ਬੋਰਡ ਦਾ ਵੀ ਨਿਕਲੂਗਾ ਤੇ ਸਰਕਾਰ ਦਾ ਵੀ ਨਿਕਲੂਗਾ, ਹੈ ਜੀ। ਕਿਉਂਕਿ ਬੜੀਆਂ ਕੰਡੀਸ਼ਨ ਨੇਗੀਆਂ ਹੁਣ, ਜਿਹੜੇ ਨਵੇਂ ਕਾਨੂੰਨ ਆ ਰਹੇ, ਆਪਾਂ ਗੱਲ ਉਹਦੇ ਤੇ ਵੀ ਤੁਸੀਂ ਜਿਵੇਂ ਆਪਾਂ ਕਰਨਾ ਚਾਹੁੰਦੇ ਸੀਗੇ ਕਿ ਉਹਦੇ ਵਿੱਚ ਜੇ ਜਿਹੜੇ ਲੋਡ ਡਿਸਪੈਚ ਸੈਂਟਰ ਹੁੰਦੇ ਨੇ ਸਾਡੇ, ਜਿਵੇਂ ਰੀਜਨਲ ਪਟਿਆਲੇ ਹੈਗਾ ਜਾਂ ਸੈਂਟਰਲ ਹੁੰਦੇ ਹੈਗੇ, ਉਹ ਸਰਕਾਰ ਇਦਾਂ ਦੀ ਪਾਲਿਸੀ ਲੈ ਕੇ ਆ ਰਹੀ ਹੈ ਕਿ ਜੇ ਸਟੇਟ ਗਵਰਨਮੈਂਟ ਜਾਂ ਕੋਈ ਡਿਸਟ੍ਰੀਬਿਊਸ਼ਨ ਕੰਪਨੀ ਆਪਣੀ ਖਰੀਦੀ ਬਿਜਲੀ ਦੇ ਪੈਸੇ ਨਹੀਂ ਉਤਾਰੂਗੀ ਤਾਂ ਅਸੀਂ ਉਸ ਨੂੰ ਉੱਥੋਂ, ਸਾਡਾ ਜਿਹੜਾ 220 kV ਸਬ ਸਟੇਸ਼ਨ ਆ, ਉੱਥੇ ਬਿਜਲੀ ਬੰਦ ਕਰ ਦਾਂਗੇ। ਜੇ ਮੈਂ ਲੇਮੈਨ ਦੀ ਭਾਸ਼ਾ 'ਚ ਦੱਸਾਂ ਕਿ ਉਹਨਾਂ ਨੂੰ ਪੇਮੈਂਟ ਦੀ ਜਿੰਨਾ ਚਿਰ ਜ਼ਮਾਨਤ ਨਹੀਂ ਮਿਲਦੀ, ਸਮਝੌਤੀ ਏਦਾਂ ਉਹਨਾਂ ਨੇ ਮਤਲਬ ਸਮਝੌਤੇ ਆਪਣੇ ਤਕਰੀਬਨ ਗਵਰਨਮੈਂਟ ਨੇ ਹੱਥ 'ਚ ਹੀ ਲੈ ਰਹੇ ਆ ਕਿ ਜੇ ਬਿਜਲੀ ਲੈਣੀ ਆ ਤਾਂ ਪਹਿਲਾਂ ਪ੍ਰਾਈਵੇਟ ਕੰਪਨੀ ਨੂੰ ਪੈਸੇ ਦਿਓ ਜੀ। ਤੇ ਪੈਸੇ ਕਿੱਥੋਂ? ਇਸ ਵੇਲੇ ਕੋਈ 1,04,000 ਕਰੋੜ ਰੁਪਇਆ ਜਿਹੜੀਆਂ ਡਿਸਟ੍ਰੀਬਿਊਸ਼ਨ ਕੰਪਨੀਆਂ ਨੇ ਉਹਨਾਂ ਨੇ ਜਨਰੇਟਰਾਂ ਦਾ, ਬਿਜਲੀ ਉਤਪਾਦਕਾਂ ਦਾ ਦੇਣਾ ਹੈਗਾ। ਇਹ ਤਾਂ ਸ਼ੁਕਰ ਆ ਕਿ ਪੰਜਾਬ ਨੇ ਸਿਰਫ ਦੇਖੋ ਜੀ 2,200 ਕਰੋੜ ਰੁਪਇਆ ਹੀ ਦੇਣਾਗਾ ਹਾਲੇ, ਕਈਆਂ ਨੇ ਬਹੁਤ ਦੇਣੇ ਆ, ਔਰ ਸਾਡਾ 2,600 ਕਰੋੜ ਰੁਪਇਆ ਸਰਕਾਰ ਬਿੱਲ ਨਹੀਂ ਤਾਰ ਰਹੀ। ਸਬਸਿਡੀ ਤਾਂ ਕਿੱਥੋਂ ਦੇ ਤੁਸੀਂ ਸੁਖਵਿੰਦਰ ਜੀ? ਜਿਹੜੇ ਸਰਕਾਰੀ ਬਿੱਲ ਨੇ 2,600 ਕਰੋੜ ਰੁਪਇਆ ਉਹ ਖੜਾਗਾ, 2,200 ਅਸੀਂ ਉਧਰੋਂ ਡਿਫਾਲਟ ਹੋ ਰਿਹਾ ਜਨਰੇਟਰਾਂ ਵੱਲੋਂ, ਤੇ ਗਵਰਨਮੈਂਟ ਮੈਨੇਜ ਕਿਵੇਂ ਕਰੂਗੀ? ਆਪਾਂ, ਸਾਡੀ ਇਹ ਸਮਝ ਤੋਂ ਬਾਹਰ ਆ ਕਿ ਮੈਨੇਜ ਕਰਨਾ ਬਹੁਤ ਔਖਾ ਗਾ। ਔਰ ਕੇਂਦਰ ਸਰਕਾਰ ਨਵੀਆਂ ਤੋਂ ਨਵੀਆਂ ਸ਼ਰਤਾਂ ਲਾ ਰਹੀ ਆ। ਹੁਣ ਅੱਜ ਹੀ ਮੈਂ ਪੜ੍ਹ ਕੇ ਹਟਿਆ ਸੀਗਾ, ਕਿਉਂਕਿ ਕੋਲਾ ਸਰਕਾਰ ਪੂਰੀ ਤਰ੍ਹਾਂ ਦੇ ਨਹੀਂ ਸਕੀ, ਕੋਲੇ ਵਾਸਤੇ ਟ੍ਰੇਨਸ ਹੈ ਨਹੀਂ ਸੀ, ਰੇਕਸ ਹੈ ਨਹੀਂ ਸੀਗੇ, ਤੇ ਕਈ ਨੂੰ ਇਨਕਲੂਡਿੰਗ ਪੰਜਾਬ, ਉਹਨਾਂ ਨੇ ਕਹਿ ਦਿੱਤਾ ਕਿ ਤੁਸੀਂ ਆਪਣੀਆਂ ਗੱਡੀਆਂ ਹੀ ਖਰੀਦ ਲਓ ਜੀ, ਰੇਲ ਗੱਡੀਆਂ। ਪੰਜਾਬ ਨੂੰ 9 ਕਿਹਾ, ਕਿਸੇ ਨੂੰ 5 ਕਿਹਾ, ਕਿਸੇ ਨੂੰ ਕਿੰਨੀਆਂ ਕਿਹਾ ਜੀ। ਸੈਂਟਰ ਗਵਰਨਮੈਂਟ ਕੰਡੀਸ਼ਨ 'ਚ ਤਾਂ ਲਾਈ ਜਾਂਦੀ ਆ, ਹੈਲਪ ਕਰਨ ਦੀ ਬਜਾਏ, ਮਤਲਬ ਕਿ ਜਿਵੇਂ ਆਪਾਂ ਕਹਿੰਦੇ ਕਿ ਉਹ ਸਾਡਾ ਬਾਂਹ ਤਾਂ ਮਰੋੜੀ ਜਾਂਦੀ ਆ, ਉੱਤੋਂ ਜੇ ਤੁਸੀਂ ਮੈਨੇਜ ਕਰਨਾ ਤਾਂ ਆਪ ਤਾਂ ਟ੍ਰੇਨ ਟੈਕਸ ਲੈ ਕੇ ਕੀ ਦੇਣੇ ਸੀ ਕਿ ਤੁਸੀਂ ਆਪਣੇ ਖਰੀਦ ਲਓ ਜੀ। ਹੁਣ ਕਿੱਥੋਂ ਖਰੀਦਣਗੇ ਉਹ? ਫਾਈਨਾਂਸ ਤਾਂ ਹੈ ਹੀ ਨਹੀਂਗੇ, ਕਈ ਵਾਰੀ ਤਨਖਾਹਾਂ ਵੀ ਮੁਲਾਜ਼ਮਾਂ ਦੇ ਲੇਟ ਹੋ ਜਾਂਦੀਆਂ ਨੇਗੀਆਂ। ਸੋ ਇਹ ਐਡਾ ਵੱਡਾ ਮਤਲਬ ਕਿ ਫੈਸਲਾ ਜਿਹੜਾ ਸਰਕਾਰ ਨੇ ਲਿਆ ਜੀ, ਇਹ 300 ਯੂਨਿਟ ਮਾਫ ਕਰਨ ਵਾਲਾ, ਉਹ ਕੋਈ ਬਹੁਤਾ ਸਿਆਣਾ ਫੈਸਲਾ ਨਹੀਂ ਹੈਗਾ, ਜਿਸ ਹਿਸਾਬ ਨਾਲ ਸਾਡਾ ਪੰਜਾਬ ਕਰਜ਼ਾਈ ਹੋਇਆ ਹੋਇਆ ਜੀ। ਮੈਂ ਬਿਲਕੁਲ ਜੀ, ਮੇਰਾ ਅਗਲਾ ਸਵਾਲ ਲਿਓ ਕਿ ਬਿਜਲੀ ਸੁਧਾਰ ਐਕਟ ਦੀ ਜਿਵੇਂ ਗੱਲ ਚੱਲ ਰਹੀ ਸੀ, ਲੋੜ ਕੀ ਪੈ ਗਈ ਕੇਂਦਰ ਸਰਕਾਰ ਨੂੰ ਬਿਜਲੀ ਸੁਧਾਰ ਐਕਟ ਲਿਆਉਣ ਦੀ? ਤੇ ਦੂਜੀ ਗੱਲ ਕਿ ਸੂਬਿਆਂ ਨੂੰ ਇਹਦੇ ਨਾਲ ਕੀ ਨੁਕਸਾਨ ਹੈ ਫਿਰ? ਕਿਉਂਕਿ ਲੋਕਾਂ ਤੇ ਵੀ ਬੋਝ ਪੈਣਾ, ਲੋਕਾਂ ਨੂੰ ਕੀ ਨੁਕਸਾਨ ਹੈ, ਫਾਇਦਾ ਕਿਹਦਾ ਨਜ਼ਰ ਆਉਂਦਾ ਇਹਦੇ ਵਿੱਚ? ਦੇਖੋ, ਫਾਇਦਾ ਤਾਂ ਜਿਹੜੀਆਂ ਗਵਰਨਮੈਂਟ ਦੀਆਂ ਪਾਲਿਸੀਜ਼ 90s ਤੋਂ ਚੱਲ ਰਹੀਆਂ ਨੇ ਨਾ ਸੁਖਵਿੰਦਰ ਜੀ, ਉਹ ਸਿਰਫ ਤੇ ਸਿਰਫ ਹੈਗਾ ਕਿ ਪ੍ਰਾਈਵੇਟਾਈਜੇਸ਼ਨ ਆ ਜੀ। ਇਹ ਜੋ ਵੀ ਨਵਾਂ ਕਾਨੂੰਨ ਆ ਰਿਹਾ, ਆਪਾਂ ਜਿਹੜਾ ਵੀ ਕਹਿ ਲਈਏ ਐਕਟ 'ਚ ਸੋਧ ਕਰਨ ਜਾ ਰਹੇ ਆ, ਵੈਸੇ ਮੇਰੀ ਸਮਝ ਦੇ ਮੁਤਾਬਕ ਇਸ ਪਾਰਲੀਮੈਂਟ ਸੈਸ਼ਨ ਦੇ ਵਿੱਚ ਕਾਨੂੰਨ ਸ਼ਾਇਦ ਨਾ ਆਵੇ, ਪਰ ਉਸ ਕਾਨੂੰਨ ਦੇ ਆਉਣ ਤੋਂ ਬਿਨਾਂ ਹੀ ਮਤਲਬ ਸਰਕਾਰ ਉਸ ਕਾਨੂੰਨ ਨੂੰ ਲਾਗੂ ਕਰ ਰਹੀ ਹੈ। ਫਾਰ ਐਗਜ਼ਾਮਪਲ, ਉਸ ਕਾਨੂੰਨ ਦੇ ਵਿੱਚ ਇੱਕ ਇਹ ਹੈਗਾ ਕਿ ਜਿਹੜੇ ਰਿਨਿਊਏਬਲ ਸੋਰਸਿਸ ਨੇ, ਜਿਵੇਂ ਸੂਰਜੀ ਊਰਜਾ, ਦੂਸਰੀ ਜਿਹੜੀ ਵੀ ਬਾਇਓਮਾਸ ਪਲਾਂਟ ਹੈਗੇ ਆ, ਥਰਮਲਾਂ ਤੋਂ ਬਿਨਾਂ ਇਲਾਵਾ, ਮਤਲਬ ਸੂਰਜੀ ਊਰਜਾ, ਉਹਦੀ ਜਿਹੜੀ ਕੁਆਂਟੀਟੀ ਉਹ ਆਏ ਸਾਲ ਵਧਾਉਣ ਦੀ ਆ। ਇਸ ਵਾਰੀ ਉਹਨਾਂ ਨੇ ਆਰਡਰ ਕਰਤਾ ਕਿ ਪੰਜਾਬ ਜੀ 25% ਜਿਹੜੀ ਰਿਨਿਊਏਬਲ એનર્ਜੀ ਆ ਉਹ ਖਰੀਦੂਗਾ। ਇਹ ਕਾਨੂੰਨ ਦੇ ਵਿੱਚ ਵੀ ਉਹਨਾਂ ਨੇ ਇਹੀ ਪ੍ਰੋਵੀਜ਼ਨ ਪਾਉਣੀ ਸੀਗੀ। ਕਾਨੂੰਨ ਦੇ ਜਿਹੜੀ ਆਪਾਂ ਸੁਧਾਰ ਦੀ ਗੱਲ ਕਰ ਰਹੇ ਹਾਂ, ਉਹਦੇ ਵਿੱਚ ਵੀ ਇਹੀ ਸੁਧਾਰ ਕਰਨਾ ਸੀਗਾ ਕਿ ਸਟੇਟਸ ਨੇ ਜਿਹੜੀਆਂ ਰਿਨਿਊਏਬਲ ਸੋਰਸ ਦੀ ਇੰਨੀ એનર્ਜੀ ਖਰੀਦਣ, ਪੰਜਾਬ ਦਾ ਹਿੱਸਾ ਉਹਨਾਂ ਨੇ 25% ਫਿਕਸ ਕੀਤਾ, ਆਰਡਰ ਕਰਤਾ ਜੀ ਉਹਨਾਂ ਨੇ। ਤੇ ਉਹ ਕਿਉਂ ਹੋ ਰਿਹਾ? ਮਤਲਬ ਇਹ ਐਕਟ ਦੇ ਵਿੱਚ ਅਮੈਂਡਮੈਂਟ ਕਿਉਂ ਹੋ ਰਹੀ ਹੈ? ਕਿਉਂਕਿ ਜਦੋਂ ਤੋਂ ਲਿਬਰਲਾਈਜੇਸ਼ਨ ਆਈ ਹੈਗੀ, ਕੋਈ ਸਾਡੀ ਮਤਲਬ ਰਿਨਿਊਏਬਲ ਸੋਰਸਿਸ ਤੋਂ ਜੇ ਮੈਂ ਸ਼ਾਇਦ ਅੰਕੜੇ ਯਾਦ ਹੋਣ ਤਾਂ 200 ਗੀਗਾਵਾਟ ਦੇ ਤਕਰੀਬਨ ਅਸੀਂ ਪਲਾਂਟ ਲੱਗ ਜਾਣੇ ਆ ਜੀ।
ਜੀ ਜਿਹੜੇ ਰਿਨਿਊਏਬਲ ਸੋਰਸ ਤੋਂ, ਉਹ ਹੁਣ ਪ੍ਰਾਈਵੇਟ ਨੇ ਲਾਏ ਹੋਏ ਆ ਜੀ ਸਾਰੇ 95% ਜਿਹੜੀ એનર્ਜੀ ਹੈ ਰਿਨਿਊਏਬਲ ਤੋਂ ਪ੍ਰਾਈਵੇਟ ਨੇ ਲਾਏ ਆ। ਇਹਨਾਂ ਦੇ ਦੋਸਤਾਂ ਮਿੱਤਰਾਂ ਨੇ ਲਾਏ ਹੋਏ ਨੇ ਜੀ, ਜਿਨ੍ਹਾਂ ਨੇ ਵੀ ਸਰਕਾਰ ਦੇ ਬੰਦਿਆਂ ਨੇ ਆਪ ਨੇ ਵੀ ਲਾਏ ਹੁੰਦੇ ਆ ਕਿ ਤੁਹਾਨੂੰ ਪਤਾ ਹੀ ਆ, ਚਾਰੇ ਪਾਸੇ ਨਿਗਾਹ ਮਾਰੋ ਤੇ ਉਹਨਾਂ ਤੋਂ ਕਿ ਤਾਂ ਕਿ ਬਿਜਲੀ ਉਹਨਾਂ ਤੋਂ ਖਰੀਦੀ ਜਾ ਸਕੇ। ਇਦਾਂ ਦੀਆਂ ਕੰਡੀਸ਼ਨ ਨੇ ਜਿਹੜੀਆਂ ਲਾਈਆਂ ਜਾ ਰਹੀਆਂ ਉਹ ਕਾਨੂੰਨ ਆਉਣ ਤੋਂ ਬਿਨਾਂ ਹੀ ਹੋ ਰਹੀਆਂ ਨੇ। ਮਤਲਬ ਜਿਵੇਂ ਕਾਨੂੰਨ ਦੇ ਵਿੱਚ ਇਹ ਵੀ ਹੈਗਾ ਕਿ ਜੀ ਤੁਸੀਂ ਜਿਹੜੀ ਬਿਜਲੀ ਦਾ ਪ੍ਰਾਈਵੇਟਾਈਜੇਸ਼ਨ ਕਰਨਾ ਹੈ, ਜਿਹੜੀਆਂ ਤੁਹਾਡੀਆਂ ਡਿਸਟ੍ਰੀਬਿਊਸ਼ਨ ਕੰਪਨੀਜ਼ ਨੇ ਜੀ, ਮੈਂ ਤੁਹਾਨੂੰ ਚਲੋ ਜੇ ਆਪਾਂ ਉਹਦੇ ਤੇ ਹੁਣ ਕਰ ਹੀ ਲਈਏ ਗੱਲ, ਵੈਸੇ ਵਿਸ਼ਾ ਬਹੁਤ ਲੰਬਾ ਹੈਗਾ ਜਿਹੜਾ ਕਾਨੂੰਨ ਵਾਲਾ, ਆਪਣਾ ਵੱਖਰਾ ਵੀ ਕਰ ਲਵਾਂਗੇ। ਤੇ ਉਹਦੇ ਵਿੱਚ ਡਿਸਟ੍ਰੀਬਿਊਸ਼ਨ ਇੱਕ ਰਹਿ ਗਈ ਸੀ ਕੰਪਨੀ ਵੈਸੇ ਮੋਟੇ ਤੌਰ ਤੇ ਸਾਰੇ ਇੰਡੀਆ ਦੇ ਵਿੱਚ, ਕਿ ਉਹ ਪ੍ਰਾਈਵੇਟ ਨਹੀਂ ਸੀ, ਸਰਕਾਰੀ ਨੇ ਬਹੁਤ ਜ਼ਿਆਦਾ ਕੰਪਨੀਆਂ। ਜਿਵੇਂ ਦਿੱਲੀ ਇੱਕ ਤਾਂ ਡਿਸਟ੍ਰੀਬਿਊਸ਼ਨ ਪ੍ਰਾਈਵੇਟ ਹੋਇਆ ਹੋਇਆ ਜੀ, ਬੰਬੇ ਹੋਇਆ ਹੋਇਆ, ਕਲਕੱਤੇ, ਏਦਾਂ ਕੁਛ ਥਾਵਾਂ ਤੇ ਪ੍ਰਾਈਵੇਟ ਹੋਇਆ ਹੋਇਆ। ਤੇ ਉਹ ਹੁਣ ਕਹਿੰਦੇ ਆ ਕਿ ਸਾਰੇ ਜਗ੍ਹਾ ਹੀ ਡਿਸਟ੍ਰੀਬਿਊਸ਼ਨ ਕੰਪਨੀਆਂ ਜਿਹੜੀ ਇਹਨੂੰ ਪ੍ਰਾਈਵੇਟ ਕਰ, ਇਹਨਾਂ ਨੂੰ ਪ੍ਰਾਈਵੇਟ ਕਰ ਦਿੱਤਾ ਜਾਵੇ। ਕਿ ਇਹ ਦੋ ਹੁੰਦੇ, ਇੱਕ ਕੈਰੀਜ ਹੁੰਦੇ ਆ ਜੀ, ਕੰਟੈਂਟ ਹੁੰਦੇ ਆ। ਤਾਰਾਂ ਜਿਹੜੀਆਂ ਬਿਜਲੀ ਡਿਸਟ੍ਰੀਬਿਊਸ਼ਨ ਕਰਦੇ ਆ ਉਹਨੂੰ ਅਸੀਂ ਕੈਰੀਜ ਕਹਿੰਦੇ ਆ। ਕੰਟੈਂਟ ਬਿਜਲੀ ਜਾਂਦੀ ਆ ਉਹਦੇ ਵਿੱਚ। ਉਹ ਕਹਿੰਦੇ ਕੈਰੀਜ ਤੇ ਕੰਟੈਂਟ ਵੱਖਰੇ ਕਰ ਦੋ, ਵੀ ਬਿਜਲੀ ਦਾ ਵਪਾਰ ਕੋਈ ਹੋਰ ਬੰਦਾ ਕਰੂਗਾ, ਬਿਜਲੀ ਦੀਆਂ ਤਾਰਾਂ ਜਿਹੜੇ ਬਿਜਲੀ ਵਾਲੇ ਜਿਹੜੇ ਸਰਕਾਰ ਆ ਉਹ ਮਤਲਬ ਸੰਭਾਲੂਗੀ, ਉਹਨਾਂ ਦੀ ਮੇਨਟੇਨੈਂਸ ਉਹ ਕਰੂਗੀ। ਮਤਲਬ ਪੱਕੀ ਪਕਾਈ ਖੀਰ ਦੇ ਉੱਤੇ ਜਿਹੜਾ ਪ੍ਰੋਫਿਟ ਆ, ਮਤਲਬ ਹਨਾ ਪ੍ਰੋਫਿਟ ਹੁਣ ਪ੍ਰਾਈਵੇਟ ਵਾਲੇ ਪਾਸੇ ਦੇਣ ਵਾਸਤੇ ਇਹ ਜਿਹੜਾ ਉਹ ਲਿਆਂਦਾ ਜਾ ਰਿਹਾ ਜੀ। ਇੱਕ ਤਾਂ ਇਹ ਹੋ ਗਿਆ ਕਿ ਡਿਸਟ੍ਰੀਬਿਊਸ਼ਨ ਨੂੰ ਜਿਹੜਾ ਪ੍ਰਾਈਵੇਟ ਹੱਥਾਂ 'ਚ ਦੇਣਾ, ਤੇ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜੀ ਕੰਪੀਟੀਸ਼ਨ ਆਊਗਾ, ਲੋਕਾਂ ਨੂੰ ਸਸਤੀ ਬਿਜਲੀ ਮਿਲੂ ਜੀ। ਕੰਪੀਟੀਸ਼ਨ ਤਾਂ ਆਪਾਂ ਇਹਦੇ ਵਿੱਚ ਦੇਖ ਲਿਆ, ਕਮਿਊਨੀਕੇਸ਼ਨ ਦੇ ਵਿੱਚ 4 ਕੰਪਨੀਆਂ ਰਹਿ ਗਈਆਂ, ਮੈਨੂੰ ਲੱਗਦਾ ਦਰਜਨ ਕੰਪਨੀਆਂ ਸੀਗੀਆਂ ਜਿਹੜੀਆਂ ਉਸੇ ਤਰ੍ਹਾਂ ਹੀ ਇਹਦੇ ਵਿੱਚ ਵੀ ਕੰਪੀਟੀਸ਼ਨ। ਕਹਿਣ ਦੀ ਗੱਲ ਆ ਕਿ ਕੰਪੀਟੀਸ਼ਨ ਦਿੱਲੀ ਨੂੰ ਕਿਉਂ ਨਹੀਂ ਮਿਲਦੀ ਸਸਤੀ ਬਿਜਲੀ ਜੀ, ਤੇ ਬੰਬੇ ਨੂੰ ਸਭ ਤੋਂ ਵੱਧ ਮਹਾਰਾਸ਼ਟਰ 'ਚ ਮਹਿੰਗੀ ਆ ਬਿਜਲੀ, ਉੱਥੇ ਵੀ ਤਾਂ ਪ੍ਰਾਈਵੇਟ ਆ, ਉੱਥੇ ਜਨਰੇਸ਼ਨ ਵੀ ਪ੍ਰਾਈਵੇਟ ਵਾਲੇ ਪਾਸਿਓਂ ਆਉਂਦੀ ਆ, ਡਿਸਟ੍ਰੀਬਿਊਸ਼ਨ ਵੀ ਉਹਨਾਂ ਦੀ ਪ੍ਰਾਈਵੇਟ ਆ ਜੀ। ਤੇ ਇਹਦੇ ਨਾਲ ਮਤਲਬ ਅਮੀਰ ਗਰੀਬ ਦਾ ਜਿਹੜਾ ਸਿਸਟਮ ਦਾ ਨਾ ਜੋ ਚੱਲ ਰਿਹਾ ਉਹ ਪਾੜਾ ਵਧੂ ਕਿਉਂ ਹੋਊਗਾ, ਕਿਉਂਕਿ ਜਦੋਂ ਪ੍ਰਾਈਵੇਟ ਪਲੇਅਰ ਡਿਸਟ੍ਰੀਬਿਊਸ਼ਨ 'ਚ ਆ ਗਏ ਜੀ ਤਾਂ ਉਹਨਾਂ ਨੇ ਸਿਰਫ ਉਹਦੇ ਵਿੱਚੋਂ ਚੂਜ਼ ਕਰ ਲੈਣਾ, ਜਿਹਨੂੰ ਆਪਾਂ ਅੰਗਰੇਜ਼ੀ ਚੈਰੀ ਪਿਕਿੰਗ ਕਹਿੰਦੇ ਹੈਗੇ। ਜਿਹੜੇ ਅਮੀਰ ਖਪਤਕਾਰ ਨੇ ਜੀ ਉਹ ਚੁਣੇ ਜਾਣਗੇ, ਉਹ ਪ੍ਰਾਈਵੇਟ ਉਹਨਾਂ ਨੂੰ ਦੇਣਗੇ, ਤੇ ਬਾਕੀ ਸਰਕਾਰ ਵਾਸਤੇ ਰਹਿ ਜਾਣਗੇ ਦੂਸਰਾ ਤਬਕਾ ਜਿਹੜਾ ਗਰੀਬ ਕਿਸਾਨ, ਛੋਟੇ ਕਾਰੋਬਾਰੀ, ਉਹ ਰਹਿ ਜਾਣਗੇ ਇਹਦੇ ਵਾਲੇ ਪਾਸੇ, ਜੋ ਸਰਕਾਰੀ ਕੰਪਨੀ ਵਾਲੇ ਪਾਸੇ। ਉਹਦੇ ਨਾਲ ਕੀ ਨੁਕਸਾਨ ਹੋਊਗਾ ਜੀ, ਜਿਹੜੀ ਹੁਣ ਕ੍ਰਾਸ ਸਬਸਿਡੀ ਸਰਕਾਰ ਕਹਿੰਦੀ ਆ ਕ੍ਰਾਸ ਸਬਸਿਡੀ ਬੰਦ ਕਰੋ ਜੀ, ਮਤਲਬ ਨਾ ਕਿ ਉਹ ਜਿਹੜੇ ਖਪਤਕਾਰ ਕ੍ਰਾਸ ਸਬਸਿਡੀ ਦਿੰਦੇ ਨੇ, ਕ੍ਰਾਸ ਸਬਸਿਡੀ ਤੋਂ ਭਾਵ ਕਿ ਹੁਣ ਜਿਵੇਂ ਸਾਨੂੰ ਜਿਹੜੀ 6 ਰੁਪਏ 48 ਪੈਸੇ ਅਸਲ ਯੂਨਿਟ ਦਾ ਰੇਟ ਆ ਜੀ, ਘਰਾਂ ਨੂੰ ਅਸੀਂ ਦਿੰਦੇ 5 ਰੁਪਏ 70 ਪੈਸੇ ਹੈ ਜੀ। ਉਹ ਜਿਹੜੇ 80 ਪੈਸੇ ਉੱਪਰ ਆ ਉਹ ਅਸੀਂ ਦੂਸਰਿਆਂ ਤੋਂ ਲੈ ਲੈਂਦੇ ਆ, ਕਿਸੇ ਵੱਡੇ ਦੁਕਾਨਦਾਰ ਤੋਂ, ਵੱਡੇ ਕਾਰਖਾਨੇਦਾਰ ਤੋਂ ਲੈ ਜਾਂਦੇ ਨੇ। ਉਹ ਜਦੋਂ ਵੱਡੇ ਕਾਰਖਾਨੇ ਵਾਲੇ ਜਾਂ ਵੱਡੇ ਦੁਕਾਨਦਾਰ ਦੂਸਰੇ ਪ੍ਰਾਈਵੇਟ ਵਾਲੇ ਕੋਲੇ ਚਲੇ ਗਏ ਤੇ ਉਹ ਸਾਰਾ ਬੋਝ ਆ ਜਿਹੜਾ ਜਾਂ ਤਾਂ ਸਰਕਾਰ ਚੱਕੂਗੀ ਜਾਂ ਥੱਲੇ ਤਬਕੇ ਤੇ ਆਊਗਾ। ਤੇ ਜੇ ਸਰਕਾਰ ਚੱਕੂਗੀ ਤਾਂ ਆਪਾਂ ਫਾਈਨਾਂਸ ਤਾਂ ਪਹਿਲਾਂ ਡਿਸਕਸ ਕਰ ਹੀ ਲਿਆ ਕਿ ਸਾਡੇ ਕੋਲੇ ਦਿਵਾਲਾ ਨਿਕਲਣ ਵਾਲਾ ਹੀ ਆ ਸਮਝੋ। ਤੇ ਉਹ ਫਿਰ ਜਦੋਂ ਰੇਟ ਵਧਣਗੇ ਤੇ ਉਹ ਸਬਸਿਡੀ ਹੋਰ ਵੱਧ ਜਾਣੀ ਹੈਗੀ। ਜਦੋਂ ਗਰੀਬ ਦੇ ਰੇਟ ਵਧੇ, ਕ੍ਰਾਸ ਸਬਸਿਡੀ ਮਿਲਣੋਂ ਹਟ ਗਈ, ਤਾਂ ਡਿਸਟ੍ਰੀਬਿਊਸ਼ਨ ਕੰਪਨੀ ਨੂੰ ਹੋਰ ਸਬਸਿਡੀ ਦੇਣੀ ਪੈਣੀ ਆ। ਸੋ ਅਲਟੀਮੇਟਲੀ ਇਹ ਕਿਹਾ ਜਾਊਗਾ ਕਿ ਇਹ ਸਰਕਾਰ ਦੀ ਕੰਪਨੀਆਂ ਨੇ ਇਹ ਤੁਹਾਡੀ ਮਤਲਬ ਕਿ ਵਧੀਆ ਸੇਵਾ ਨਹੀਂ ਕਰ ਸਕਦੀ, ਪ੍ਰਾਈਵੇਟ ਕਰੂਗਾ। ਉਹ ਸਾਰਾ ਜਿਹੜਾ ਬਣਿਆ ਹੋਇਆ 1947 ਤੋਂ ਲੈ ਕੇ ਡਿਸਟ੍ਰੀਬਿਊਸ਼ਨ ਦਾ ਬਣਿਆ ਹੋਇਆ, ਉਹ ਫਿਰ ਇਹਨਾਂ ਨੂੰ ਕਿਣਕਾ ਕਰਕੇ ਦੇ ਦਿੱਤਾ ਜਾਊਗਾ। ਠੀਕ ਹੈ ਜੀ। ਇੱਕ ਤਾਂ ਇਹ ਜਿਹੜਾ ਸੋਧ ਬਿੱਲ ਦਾ ਇਹ ਹੋ ਗਿਆ ਕਿ ਪ੍ਰਾਈਵੇਟ ਨੂੰ ਡਿਸਟ੍ਰੀਬਿਊਸ਼ਨ ਦੇ ਦੇਣੀ ਹੈਗੀ। ਦੂਸਰਾ ਤਾਂ ਦੱਸਿਆ ਕਿ ਜਿਹੜੇ ਜਨਰੇਟਰ ਡਿਸਟ੍ਰੀਬਿਊਸ਼ਨ ਜਨਰੇਟਰ ਨੂੰ ਪੈਸੇ ਨਹੀਂ ਦੇਣਗੇ, ਉਹਨਾਂ ਦੀ ਬਾਂਹ ਮਰੋੜਨੀ ਆ ਹੈ ਜੀ। ਬਾਕੀ ਕ੍ਰਾਸ ਸਬਸਿਡੀ ਖਤਮ ਕਰ ਦੇਣੀ ਹੈਗੀ। ਬਾਕੀ ਜਿਹੜੇ ਰੈਗੂਲੇਟਰ ਨੇ ਮਤਲਬ ਉਹਨਾਂ ਦੀਆਂ ਪਾਵਰਾਂ ਘਟਾਈਆਂ ਜਾਣੀਆਂ ਨੇਗੀਆਂ। ਜਿਹੜਾ ਸੈਂਟਰ ਰੈਗੂਲੇਟਰ ਆ ਉਹਨੂੰ ਇਦਾਂ ਦੀਆਂ ਪਾਵਰਾਂ ਦੇਣ ਦੀ ਤਜਵੀਜ਼ ਹੈਗੀ ਆ ਕਿ ਸਰਕਾਰ ਰੈਗੂਲੇਟਰ ਹੁੰਦਾ ਇੰਡੀਪੈਂਡੈਂਟ, ਪਰ ਸਰਕਾਰ ਕਿਹਾ ਕਿ ਸਾਡਾ ਦਖਲ ਵੀ ਉਹਦੇ ਵਿੱਚ ਹੋਣਾ ਚਾਹੀਦਾ। ਕੋਈ ਇਦਾਂ ਦੀ ਪ੍ਰੋਵੀਜ਼ਨ ਲੈ ਕੇ ਆ ਰਹੇ ਆ ਕਿ ਜੇ ਰੇਟ ਡਿਸਾਈਡ ਕਰਨੇ ਨੇ ਤਾਂ ਸਰਕਾਰ ਨੂੰ ਜ਼ਰੂਰ ਪੁੱਛਿਆ ਜਾਵੇ। ਜਦੋਂ ਪਹਿਲਾਂ ਸੁਧਾਰ ਕੀਤੇ ਗਏ ਨੇ ਉਦੋਂ ਇਹ ਕਿਹਾ ਗਿਆ ਸੀ ਕਿ ਸਟੇਟ ਰੈਗੂਲੇਟਰ
ਹਰ ਇੱਕ ਜਿਹੜੀ ਚੀਜ਼ ਆ ਪੋਲੀਟੀਕਲ ਆ, ਚਾਹੇ ਕੋਈ ਕੁਝ ਵੀ ਆ, ਉਹ ਤੋਂ ਇੰਡੀਪੈਂਡੈਂਟ ਹੋ ਕੇ ਰੇਟ ਫਿਕਸ ਕਰਨਗੇ। ਪਰ ਸਰਕਾਰ ਕਹਿ ਰਹੀ ਆ ਕਿ ਨਹੀਂ, ਸਾਡੀ ਵੀ ਸੇ ਹੋਣੀ ਚਾਹੀਦੀ ਆ। ਜਿਵੇਂ ਹੁਣ ਅਦਾਨੀ ਜਿਹੜਾ ਮੁਦਰਾ ਪਲਾਂਟ ਸੀ ਨਾ ਜੀ, ਗੱਲ ਲੰਬੀ ਹੋ ਰਹੀ ਆ, ਉੱਥੋਂ ਹੁਣ ਉਹ ਪਹਿਲਾਂ 2 ਰੁਪਏ ਕੋਈ 96 ਪੈਸੇ ਰੇਟ ਤੈਅ ਹੋਇਆ ਸੀ ਪੀਪੀਏ 25 ਸਾਲ ਵਾਸਤੇ। ਉਹਨਾਂ ਨੇ ਕਹਿਤਾ ਕਿ ਸਾਨੂੰ ਤਾਂ 12 ਨਹੀਂ ਖਾਂਦਾ ਜੀ, 5.5 ਰੁਪਏ ਮਤਲਬ ਰੇਟ ਲਵਾਂਗੇ, ਕੋਲਾ ਮਹਿੰਗਾ ਹੋ ਗਿਆ। ਤੇ ਜਿਹੜੀ ਡਿਸਟ੍ਰੀਬਿਊਸ਼ਨ ਕੰਪਨੀਆਂ ਸੀਗੀਆਂ ਪੰਜਾਬ, ਹਰਿਆਣਾ ਵਗੈਰਾ, ਉਹਨਾਂ ਨੇ ਕਹਿਤਾ ਕਿ ਅਸੀਂ ਇਹ ਲੈ ਨਹੀਂ ਸਕਦੇ। ਪਰ ਸਰਕਾਰ ਨੇ ਇੱਕ ਨਵੀਂ ਕਮੇਟੀ ਬਣਾਤੀ, ਵਿੱਚ ਡਿਸਟ੍ਰੀਬਿਊਸ਼ਨ ਆਪਣੇ ਇਹ ਕੰਪਨੀਜ਼ ਲੈ ਲਈਆਂ, ਸਟੇਟਸ ਲੈ ਲਈਆਂ, ਸੈਂਟਰਲ ਇਲੈਕਟ੍ਰਿਸਿਟੀ ਰੈਗੂਲੇਟਰ ਲੈ ਲਿਆ, ਤੇ ਇੱਕ ਬੰਦਾ ਆਪਦਾ ਪਾ ਲਿਆ, ਮਤਲਬ ਤਾਂ ਕਿ ਰੇਟ ਦੀ ਕੋਈ ਹੇਠ ਉੱਤਾ ਕੀਤਾ ਜਾ ਸਕੇ। ਸੋ ਇਹ ਗੱਲਾਂ ਹੈਗੀਆਂ ਨੇ ਜਿਹੜੀਆਂ ਮਤਲਬ ਕਿ ਉਹ ਵੈਸੇ ਆਪਾਂ ਜਿਵੇਂ ਪਹਿਲਾਂ ਗੱਲ ਕਰ ਚੁੱਕੇ ਹਾਂ ਜੀ, ਉਹ ਐਕਟ ਇੱਕ ਵਾਰੀ ਕਿਸਾਨਾਂ ਦੇ ਜਿਹੜੇ ਮੋਰਚੇ ਨੇ ਵਾਪਸ ਤਾਂ ਕਰਵਾ ਦਿੱਤਾ ਸੀਗਾ, ਪਰ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਰਿਹਾ ਹੈਗਾ। ਮਤਲਬ ਮੇਰਾ ਸਭ ਆਖਰੀ ਸਵਾਲ ਹੈ ਕਿ ਚਲੋ ਸਰਕਾਰ ਸਿੱਧੇ ਨਹੀਂ ਤਾਂ ਸਿੱਧੇ ਢੰਗ ਦੇ ਨਾਲ ਚੋਰ ਮੋਰੀਆਂ ਰਾਹੀਂ ਆਪਣੇ ਫੈਸਲੇ ਕਿਸੇ ਨਾ ਕਿਸੇ ਢੰਗ ਨਾਲ ਲਾਗੂ ਕਰ ਰਹੀ ਹੈ ਕੇਂਦਰ ਦੀ, ਕਿ ਉਹ ਸੂਬਿਆਂ ਦੇ ਹੱਥ ਵੱਢ ਰਹੇ ਨੇ। ਸਵਾਲ ਉੱਠਦਾ ਕਿ ਆ ਮੁਫਤ ਬਿਜਲੀ ਵਾਲਾ, ਹੁਣ ਜੇ ਬਿਜਲੀ ਸੁਧਾਰ ਐਕਟ ਆ ਜਾਂਦਾ, ਕੀ ਮੁਫਤ ਬਿਜਲੀ ਜਾਰੀ ਰਹੇਗੀ, ਜਾਂ ਫਿਰ ਇਹ ਜਿਹੜਾ ਸਰਕਾਰ ਨੇ ਸ਼ੁਰੂ ਕੀਤਾ ਇਹ ਕਿੰਨਾ ਕੁ ਚਿਰ ਚੱਲ ਸਕਦੀ ਹੈ? ਕਿਉਂਕਿ ਚਰਚਾਵਾਂ ਇਹ ਵੀ ਨੇ ਕਿ ਆ ਮੁਫਤਖੋਰੀ ਨੇ ਸ੍ਰੀਲੰਕਾ ਦਾ ਹਾਲ ਦੇਖੋ ਕੀ ਕਰਤਾ। ਕਿਤੇ ਕੱਲ ਨੂੰ ਇਹ ਨਾ ਹੋਵੇ ਕਿ ਸਾਡੇ ਭਾਰਤ ਦਾ ਵੀ ਇਹੀ ਹਾਲ ਹੋ ਜੇ, ਸਾਰੇ ਪਾਸੇ ਮੁਫਤ ਮੁਫਤ ਚੱਲਦਾ। ਆ ਦੇਖੋ, ਮੁਫਤ ਦਾ ਇੱਕ ਵਾਰੀ ਆਪਾਂ ਨੂੰ ਰਿਜ਼ਲਟ ਤਾਂ ਫਿਰ ਉਹਦੇ ਮਾੜੇ ਹੀ ਆਉਂਦੇ ਹੈਗੇ। ਜੇ ਮਤਲਬ ਸਬਸਿਡੀ ਦਾ ਜਿਹੜਾ ਹੈਗਾ ਨਾ ਜੀ, ਉਹ ਗਵਰਨਮੈਂਟ ਮੇਰੇ ਖਿਆਲ ਮੁਤਾਬਕ ਨਵੇਂ ਕਾਨੂੰਨ 'ਚ ਕਹਿ ਲਓ, ਜਾਂ ਵੈਸੇ ਵੀ ਰੁਝਾਨ ਹੈਗਾ ਕਿ ਉਹਨੂੰ ਤੁਸੀਂ ਜਿਹੜੀ ਡਾਇਰੈਕਟ ਟਰਾਂਸਫਰ ਦੇ, ਜਿਵੇਂ ਆਪਣਾ ਗੈਸ ਸਿਲੰਡਰਾਂ ਦੇ ਕਰਦਿਆਂ ਨੇ ਹੁਣ ਕਰਤਾ, ਉਹਦਾ ਵੀ ਖਤਮ ਕਰਤੀ ਹੈਗੀ ਆ। ਉਸੇ ਤਰ੍ਹਾਂ ਦੀ ਅਪਰੋਚ ਅਪਣਾਉਣ ਦੇ ਰੌਚ 'ਚ ਹੈਗੀ ਆ ਗਵਰਨਮੈਂਟ, ਕਿ ਸਾਰੀ ਸਬਸਿਡੀ ਡਾਇਰੈਕਟ ਦਿੱਤੀ ਜਾਵੇ ਜੀ। ਤੇ ਤੁਹਾਨੂੰ ਪਤਾ ਡਾਇਰੈਕਟ, ਜਿਵੇਂ ਪਹਿਲਾਂ ਵੀ ਆਪਾਂ 8000 ਕਰੋੜ ਰੁਪਏ ਦਾ ਪਿਛਲਾ ਪਿਆ ਹੈਗਾ, ਹੁਣ ਵਾਲੀ ਵੀ ਨਹੀਂ ਦੇ ਸਕਦੀ ਸਰਕਾਰ ਐਡਵਾਂਸ ਦੇ ਵਿੱਚ। ਤੇ ਡਾਇਰੈਕਟ ਤਾਂ ਮਿਲਣੀ ਕਾਹਦੀ ਆ ਜੀ, ਬਿੱਲ ਸਾਡੇ ਪੂਰੇ ਆ ਜਾ ਕਰਨਗੇ ਫਿਰ। ਤੇ ਸਬਸਿਡੀ ਆ ਤਕਰੀਬਨ ਇਸ ਤਰੀਕੇ ਨਾਲ, ਉਹ ਨਵੇਂ ਕਾਨੂੰਨ ਲਾ ਲਓ ਜਾਂ ਆਪਾਂ ਕੋਈ ਹੋਰ ਮੈਥਡ ਲਾ ਲਓ ਕਿ ਡਾਇਰੈਕਟ ਦੇ ਦੇਵਾਂਗੇ ਤੁਹਾਨੂੰ। ਉਹਦੇ ਨਾਲ ਮੇਰੇ ਖਿਆਲ 'ਚ ਸਬਸਿਡੀ ਹੌਲੀ ਹੌਲੀ ਇਹ ਲੋਕਾਂ ਕੋਲੋਂ ਖੁੱਸ ਜਾਊਗੀ, ਮੈਨੂੰ ਲੱਗਦਾ। ਜੀ ਜੀ ਬਿਲਕੁਲ, ਸ਼ੁਕਰੀਆ ਭੁੱਲਰ ਸਾਹਿਬ, ਬਹੁਤ ਧੰਨਵਾਦ ਤੁਹਾਡਾ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ। ਸੋ ਮੇਰੇ ਨਾਲ ਮੌਜੂਦ ਸਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਾਬਕਾ ਡਿਪਟੀ ਚੀਫ ਇੰਜੀਨੀਅਰ ਦਰਸ਼ਨ ਸਿੰਘ ਭੁੱਲਰ। ਅਸੀਂ ਚਰਚਾ ਕੀਤੀ ਹੈ ਕਿ ਜਿਹੜਾ ਸਰਕਾਰ ਨੇ ਸਰਕੂਲਰ ਪੰਜਾਬ ਸਰਕਾਰ ਨੇ ਜਾਰੀ ਕੀਤਾ ਮੁਫਤ ਬਿਜਲੀ ਨੂੰ ਲੈ ਕੇ, ਉਹਦੇ ਲੈ ਕੇ ਸਵਾਲ ਜਿਹੜੇ ਨੇ ਕਈ ਲੋਕਾਂ ਦੇ ਮਨਾਂ ਵਿੱਚ ਸੀਗੇ ਕਿ ਕਿਹਨੂੰ ਕਿਹਨੂੰ ਮਿਲਣੀ ਹੈ, ਕਿਹਨੂੰ ਕਿਹਨੂੰ ਨਹੀਂ ਮਿਲਣੀ। ਉਹਦੇ ਉੱਤੇ ਤੇ ਬਿਜਲੀ ਸੋਧ ਐਕਟ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਮੁੱਦਾ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਬਣੇ, ਕਿਉਂਕਿ ਕਿਸਾਨਾਂ ਨੇ ਪਹਿਲਾਂ ਇਹਨੂੰ ਪਿੱਛੇ ਧੱਕਿਆ ਤੇ ਹੁਣ ਫੇਰ ਤੋਂ ਸਰਕਾਰ ਜਿਹੜੀ ਹੈ ਸਿੱਧੇ ਢੰਗ ਦੇ ਨਾਲ, ਕੇਂਦਰ ਦੀ ਸਰਕਾਰ ਜਿਹੜੀ ਹੈ ਉਹ ਸੂਬਿਆਂ ਤੇ ਇਹਨੂੰ ਥੋਪ ਰਹੀ ਹੈ। ਮਤਲਬ ਕਿ ਸਾਰਾ ਕੁਝ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਵੱਲ ਵਧਿਆ ਜਾ ਰਿਹਾ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੇ ਫੋਲੋ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।